ਪ੍ਰਵਾਸੀ ਟੀਵੀ ਤੇ ਟੌਪ 8 ਐਟ 8 ਪ੍ਰੋਗਰਾਮ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਅਸੀਂ ਬਹੁਤ ਸਵਾਗਤ ਕਰਦੇ ਹਾਂ। ਔਰ ਇਸ ਪ੍ਰੋਗਰਾਮ ਵਿੱਚ ਸਾਡੀ ਪਿਛਲੇ ਕੁਝ ਹਫ਼ਤਿਆਂ ਤੋਂ ਕੋਸ਼ਿਸ਼ ਹੈ ਕਿ ਤੁਹਾਨੂੰ ਅਸੀਂ ਦਿਨ ਭਰ ਦੀਆਂ ਕੁਝ ਖਾਸ ਖਬਰਾਂ, ਟੌਪ 8 ਨਿਊਜ਼, ਉਹ ਖਬਰਾਂ ਜਿਹੜੀਆਂ ਤੁਹਾਡੇ ਲਈ ਜਾਣਨਾ ਬੜਾ ਜ਼ਰੂਰੀ ਹੈ, ਇਨਫੋਰਮੇਸ਼ਨ ਦੇਣੀ ਬੜੀ ਜ਼ਰੂਰੀ ਹੈ, ਉਹਨਾਂ ਖਬਰਾਂ ਨੂੰ ਅਸੀਂ ਸ਼ਾਮਿਲ ਕਰਕੇ ਟੌਪ 8 ਖਬਰਾਂ ਨੂੰ ਲੈ ਕੇ ਅਸੀਂ ਹਾਜ਼ਰ ਹੁੰਦੇ ਹਾਂ। ਇਹਦੇ ਨਾਲ ਅਸੀਂ ਕੁਝ ਨਾ ਕੁਝ ਮਹਿਮਾਨ ਵੀ ਤੁਹਾਡੇ ਨਾਲ ਜੋੜਦੇ ਹਾਂ ਜਿਹੜੇ ਕਿਸੇ ਖਾਸ ਵਿਸ਼ੇ ਦੇ ਉੱਤੇ ਕੋਈ ਨਾ ਕੋਈ ਗੱਲਬਾਤ ਕਰਦੇ ਆ। ਤੋ ਪ੍ਰਵਾਸੀ ਟੀਵੀ ਤੁਸੀਂ ਦੇਖਦੇ ਹੋ, ਤੁਹਾਡਾ ਸਭ ਦਾ ਬਹੁਤ ਸ਼ੁਕਰੀਆ। ਔਰ ਅੱਜ ਅਸੀਂ ਇੱਕ ਪਹਿਲਾ ਪ੍ਰੋਗਰਾਮ ਆਪਣਾ ਪੇਸ਼ ਕੀਤਾ ਸੀ ਦਾ ਇਨ ਹਾਊਸ ਗੈਸਟ। ਉਸ ਦਾ ਵੀ ਮਕਸਦ ਇਹ ਹੈ ਕਿ ਉਹ ਲੋਕ, ਉਹ ਪਰਸਨੈਲਿਟੀਜ਼ ਜਿਹੜੇ ਸਾਡੇ ਸਟੂਡੀਓ ਵਿੱਚ ਪਹੁੰਚਦੇ ਆ, ਸਾਡੇ ਦਫ਼ਤਰ ਨੂੰ ਵਿਜ਼ਿਟ ਕਰਨ ਆਉਂਦੇ ਆ, ਜਿਨ੍ਹਾਂ ਦੇ ਕੋਲ ਕੋਈ ਜਾਣਕਾਰੀ ਹੁੰਦੀ ਹੈ, ਉਹ ਫੇਮਸ ਪਰਸਨੈਲਿਟੀਜ਼, ਉਹ ਪ੍ਰਸਿੱਧ ਹਸਤੀਆਂ, ਅਸੀਂ ਉਹਨਾਂ ਨਾਲ ਵੀ ਗੱਲਬਾਤ ਤੁਹਾਡੀ ਕਰਵਾਇਆ ਕਰਾਂਗੇ। ਐਵਰੀ ਵੀਕ ਤੁਸੀਂ ਸ਼ਾਮ ਨੂੰ ਵੀਕਐਂਡ ਦੇ ਉੱਤੇ ਸੈਟਰਡੇ ਔਰ ਸੰਡੇ ਠੀਕ 7 ਵਜੇ ਦੇਖਿਆ ਕਰੋਗੇ ਦਾ ਇਨ ਹਾਊਸ ਗੈਸਟ। ਇਸੇ ਤਰ੍ਹਾਂ ਹੀ ਐਤਵਾਰ ਨੂੰ 11 ਵਜੇ ਤੋਂ ਲੈ ਕੇ 12 ਵਜੇ ਤੱਕ 1320 AM ਡਾਇਲ ਦੇ ਉੱਤੇ ਅਸੀਂ ਤੁਹਾਡੇ ਲਈ ਪ੍ਰਵਾਸੀ ਰੇਡੀਓ ਦਾ ਇੱਕ ਹੋਰ ਪ੍ਰੋਗਰਾਮ ਸ਼ੁਰੂ ਕੀਤਾ ਹੋਇਆ ਹੈ, ਪ੍ਰਵਾਸੀ ਵੀਕਐਂਡ। ਔਰ ਮੈਨੂੰ ਬੜੀ ਖੁਸ਼ੀ ਹੈ ਤੁਹਾਡੇ ਨਾਲ ਗੱਲ ਸਾਂਝੀ ਕਰਦੇ ਹਾਂ ਕਿ ਜਿਹੜਾ ਉਹ ਯੰਤਰ ਅਸੀਂ ਮੰਗਵਾਉਣਾ ਸੀ US ਤੋਂ, ਉਹ ਪਹੁੰਚ ਗਿਆ। ਔਰ ਕੋਸ਼ਿਸ਼ ਕਰਾਂਗੇ ਕੱਲ੍ਹ ਤੋਂ ਲਾਈਵ ਸ਼ੋਅ ਕੀਤਾ ਜਾਵੇ ਰੇਡੀਓ ਦੇ ਉੱਤੇ ਵੀ ਔਰ TV ਉੱਤੇ ਵੀ। ਸਾਡੀ ਹੁਣ ਟੀਮ, ਕਿਸੇ ਵੀ ਸੱਦੋਗੇ, ਕਿਸੇ ਵੀ ਲੋਕੇਸ਼ਨ 'ਤੇ ਬੁਲਾਓਗੇ, ਕੋਈ ਈਵੈਂਟ ਹੋਏਗਾ, ਉੱਥੋਂ ਲਾਈਵ ਸਾਰੇ ਦਾ ਸਾਰਾ ਪ੍ਰਸਾਰਣ ਤੁਹਾਡੇ ਲਈ ਅਸੀਂ ਰੇਡੀਓ ਔਰ TV ਤੇ ਦੋਹਾਂ 'ਤੇ ਕਰਿਆ ਕਰਾਂਗੇ। ਥੈਂਕ ਯੂ ਸੋ ਮਚ। ਔਰ ਸਾਡੇ ਨਾਲ ਤੁਸੀਂ ਕਦੀ ਵੀ ਸੰਪਰਕ ਕਰੋ। ਪ੍ਰਵਾਸੀ ਦਾ ਸਾਡਾ ਹੈੱਡ ਆਫਿਸ ਹੁਣ ਡਰਿਊ ਰੋਡ ਦੇ ਉੱਤੇ ਹੈ, 2975 ਡਰਿਊ ਰੋਡ ਸਾਡਾ ਨਵਾਂ ਐਡਰੈਸ ਹੈ। ਅਸੀਂ ਤੁਹਾਨੂੰ ਹਮੇਸ਼ਾ ਵੈਲਕਮ ਕਰਾਂਗੇ। ਆਓ ਫਿਰ ਸ਼ੁਰੂ ਕਰਦੇ ਹਾਂ ਅੱਜ ਦੀਆਂ ਖਬਰਾਂ ਦਾ ਸਿਲਸਿਲਾ। ਲੇਕਿਨ ਕੁਝ ਖਬਰਾਂ ਪਹਿਲਾਂ ਮੈਂ ਸੰਖੇਪ 'ਚ ਜ਼ਰੂਰ ਦੱਸ ਦੇਵਾਂ। 1.5 ਮਿਲੀਅਨ ਲੋਕਾਂ ਨੇ ਨਵਾਂ ਜਿਹੜਾ ਕੈਨੇਡਾ ਐਮਰਜੈਂਸੀ ਰਿਕਵਰੀ ਪ੍ਰੋਗਰਾਮ ਹੈ, ਪਹਿਲਾਂ ਇਹ CERV ਸੀ, ਇਹਦਾ ਹੁਣ ਬਦਲ ਕੇ ਨਾਮ ਕੈਨੇਡਾ ਰਿਕਵਰੀ ਪ੍ਰੋਗਰਾਮ ਰੱਖਿਆ ਗਿਆ ਹੈ। ਇਹਦੇ ਵਿੱਚ $2000 ਹਰ ਵਿਅਕਤੀ ਨੂੰ ਉਹਨੂੰ ਮਿਲਦਾ ਰਹੇਗਾ ਜਿਸ ਨੇ ਪਹਿਲਾਂ $2000 ਕਲੇਮ ਕੀਤਾ ਸੀ ਔਰ ਉਹਦੇ ਕੋਲ ਅਜੇ ਵੀ ਜੌਬ ਨਹੀਂ ਹੈ। ਲੇਕਿਨ ਸਰਕਾਰ ਦਾ ਕਹਿਣਾ ਹੈ ਕਿ ਸਿਰਫ ਔਰ ਸਿਰਫ 6 ਮਹੀਨੇ ਲਈ, ਜਾਂ ਐਂ ਕਹਿ ਲਓ 26 ਹਫ਼ਤਿਆਂ ਤੱਕ ਮੈਕਸਿਮਮ, ਅਗਲੇ 1 ਸਾਲ ਦੇ ਵਿੱਚ ਤੁਸੀਂ ਇਸ ਪ੍ਰੋਗਰਾਮ ਦਾ ਫਾਇਦਾ ਉਠਾ ਸਕਦੇ ਹੋ। ਜਿਨ੍ਹਾਂ ਕੋਲ EI ਹੈ ਉਹ ਆਪਣੀ EI ਨੂੰ ਕੰਟੀਨਿਊ ਰੱਖ ਸਕਦੇ ਹੈ। ਹੁਣ ਤੱਕ 1.5 ਮਿਲੀਅਨ ਲੋਕਾਂ ਨੇ ਇਸ ਪ੍ਰੋਗਰਾਮ ਵਾਸਤੇ ਅਪਲਾਈ ਕਰ ਲਿਆ, ਜਿਨ੍ਹਾਂ ਨੂੰ ਬੜੀ ਜਲਦੀ ਪੈਸੇ ਮਿਲਣਗੇ। ਤੇ ਆਓ ਤੁਹਾਡੇ ਨਾਲ ਸਾਂਝੀ ਕਰੀਏ ਅੱਜ ਦੀ ਪਹਿਲੀ ਖਬਰ। ਔਰ ਅੱਜ ਦੀ ਪਹਿਲੀ ਖਬਰ, ਸਭ ਤੋਂ ਪਹਿਲਾਂ ਤਾਂ ਆਪ ਸਭ ਨੂੰ ਨਵਰਾਤਰਿਆਂ ਦੀਆਂ ਬਹੁਤ ਮੁਬਾਰਕਾਂ, ਸ਼ੁਭਕਾਮਨਾਵਾਂ। ਹਰ ਸਾਲ ਭਾਰਤ ਦੇ ਵਿੱਚ ਇਸ ਤਿਉਹਾਰ ਦੀ ਖਾਸ ਮਹੱਤਤਾ ਹੁੰਦੀ ਹੈ। ਦੁਰਗਾ ਪੂਜਾ ਬੰਗਾਲ ਦੇ ਵਿੱਚ ਬੜੀ ਪ੍ਰਸਿੱਧ ਹੈ, ਪੰਡਾਲ ਲੱਗਦੇ ਆ ਬੜੇ ਵੱਡੇ ਔਰ ਦੁਰਗਾ ਪੂਜਾ ਹੁੰਦੀ ਹੈ। ਡਾਂਡੀਆ ਹੁੰਦਾ ਹੈ ਗੁਜਰਾਤੀ ਕਮਿਊਨਿਟੀ ਵਿੱਚ। ਅੱਜ ਦੇ ਇਹ ਜਿਹੜਾ ਡਾਂਡੀਆ ਦਾ ਪ੍ਰੋਗਰਾਮ ਹੈ ਇਹਨਾਂ ਦਿਨਾਂ ਦੇ ਵਿੱਚ, ਉਹ ਬੜਾ ਪ੍ਰਸਿੱਧ ਹੈ। ਬੰਗਾਲ ਦੇ ਵਿੱਚ ਦੁਰਗਾ ਪੂਜਾ ਦੇ ਪੰਡਾਲ ਲੱਗਦੇ ਹੈ। ਸਾਰੇ ਭਾਰਤ ਦੇ ਵਿੱਚ ਨਵਰਾਤਰਿਆਂ ਦਾ ਤਿਉਹਾਰ ਬੜੇ ਧੂਮਧਾਮ ਨਾਲ ਉੱਥੇ ਮਨਾਇਆ ਜਾਂਦਾ ਹੈ। ਇਸ ਤੋਂ ਬਾਅਦ 9 ਨਰਾਤਿਆਂ ਤੋਂ ਬਾਅਦ ਫਿਰ ਦੁਸਹਿਰਾ ਆਉਂਦਾ ਹੈ। ਇਹਨਾਂ ਦਿਨਾਂ 'ਚ ਰਾਮਲੀਲਾ ਹੁੰਦੀ ਹੈ। ਲੇਕਿਨ COVID-19 ਦੇ ਚਲਦਿਆਂ ਇਸ ਵਾਰ ਲਗਭਗ ਸਾਰੇ ਦੇ ਸਾਰੇ ਪ੍ਰੋਗਰਾਮ ਬਿਲਕੁਲ ਸਥਗਿਤ ਕਰ ਦਿੱਤੇ ਗਏ ਹੈ। ਲੇਕਿਨ ਸਾਨੂੰ ਬੜੀ ਹੈਰਾਨਗੀ ਹੋਈ। ਇਹ ਖਬਰ ਤੁਹਾਡੇ ਨਾਲ ਅਸੀਂ ਕਿਉਂ ਸਾਂਝੀ ਕਰ ਰਹੇ ਹਾਂ, ਉਹਦਾ ਕੋਈ ਕਾਰਨ ਹੈ। ਪਹਿਲਾ ਕਾਰਨ ਤਾਂ ਇਹ ਹੈ ਕਿ ਅੱਜ ਸਾਨੂੰ ਸਵੇਰੇ ਸਾਡੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਦਫ਼ਤਰ ਵੱਲੋਂ ਮੈਸੇਜ ਪਹੁੰਚਿਆ ਕਿ ਉਹ ਨਵਰਾਤਰੇ ਦੇ ਉੱਤੇ ਸਾਰੀ ਲੋਕਾਈ ਨੂੰ ਬਹੁਤ ਮੁਬਾਰਕਾਂ ਦੇ ਰਹੇ ਹੈ। ਤੋ ਬੜੀ ਹੈਰਾਨਗੀ ਹੋਈ ਕਿ ਅੱਗੇ ਦੀਵਾਲੀ ਦੇ ਮੌਕੇ 'ਤੇ ਜਾਂ ਕੋਈ ਗੁਰਪੁਰਬ ਦੇ ਮੌਕੇ 'ਤੇ ਇਹ ਸੁਨੇਹੇ ਆਉਂਦੇ ਸੀ, ਪਰ ਨਵਰਾਤਰਿਆਂ ਵਰਗੇ ਤਿਉਹਾਰ ਨੂੰ ਵੀ ਸਾਡੀ ਫੈਡਰਲ ਪੋਲਿਟਿਕਸ ਤੋਂ ਇਲਾਵਾ ਸਾਡੇ ਪ੍ਰੋਵਿੰਸ਼ੀਅਲ ਜਿਹੜੇ ਲੀਡਰਸ ਹੈ ਉਹ ਵੀ ਉਨੀ ਹੀ ਮਹੱਤਤਾ ਦੇ ਰਹੇ ਹੈ। ਔਰ ਸਾਡੇ ਪ੍ਰੀਮੀਅਰ ਡਗ ਫੋਰਡ ਨੇ ਇੱਕ ਸਪੈਸ਼ਲ ਵੀਡੀਓ ਜਿਹੜੀ ਹੈ ਉਹ ਭੇਜੀ ਹੈ ਤੁਹਾਡੇ ਵਾਸਤੇ ਨਵਰਾਤਰਿਆਂ ਦੇ ਵਧਾਈ ਦੇਣ ਦੇ ਲਈ। ਸੋ ਜਿੱਥੋਂ ਇਹ ਸਾਬਤ ਹੁੰਦਾ ਹੈ ਕਿ ਹੁਣ ਸਾਡਾ ਜਿਹੜੇ ਭਾਰਤੀ ਮੂਲ ਦੇ ਲੋਕ ਹੈ, ਉਹਨਾਂ ਦੇ ਕੋਈ ਵੀ ਤਿਉਹਾਰ ਹੋਣ, ਉਹਨਾਂ ਨੂੰ ਫੈਡਰਲ, ਪ੍ਰੋਵਿੰਸ਼ੀਅਲ ਜਾਂ ਈਵਨ ਮਿਊਨਿਸਪਲ ਲੈਵਲ ਦੇ ਸਾਡੇ ਲੀਡਰ ਉਹ ਕਦੇ ਵੀ ਮਿਸ ਨਹੀਂ ਕਰਦੇ। ਇਸ ਤੋਂ ਸਾਬਤ ਹੈ ਇਸ ਮੁਲਕ ਦੇ ਵਿੱਚ ਜਿੱਥੇ ਸਾਨੂੰ ਵੋਟ ਦਾ ਅਧਿਕਾਰ ਮਿਲਿਆ, ਸਾਰੇ ਅਧਿਕਾਰ ਮਿਲ ਰਹੇ ਹੈ, ਉੱਥੇ ਸਾਡੇ ਤਿਉਹਾਰਾਂ ਨੂੰ ਵੀ ਉਨਾ ਹੀ ਬਰਾਬਰ ਦਾ ਸਨਮਾਨ ਔਰ ਸਤਿਕਾਰ ਮਿਲ ਰਿਹਾ ਹੈ। ਆਓ ਫਿਰ ਦੇਖਦੇ ਹਾਂ ਪ੍ਰੀਮੀਅਰ ਡਗ ਫੋਰਡ ਦਾ ਇਹ ਸੁਨੇਹਾ।
ਨਵਰਾਤਰੇ ਦੇ ਸ਼ੁਭ ਅਵਸਰ ਤੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਭਾਰਤੀ ਮੂਲ ਨਿਵਾਸੀਆਂ ਨੂੰ ਸੋਸ਼ਲ ਮੀਡੀਆ ਰਾਹੀਂ ਵਧਾਈ ਦਿੱਤੀ ਗਈ ਤੇ ਉੱਥੇ ਹੀ ਇੱਕ ਪੋਸਟ ਰਾਹੀਂ ਪੀਲ ਪੁਲਿਸ ਵੱਲੋਂ ਵੀ ਵਧਾਈ ਦਿੱਤੀ ਗਈ। ਉਧਰ ਓਨਟਾਰੀਓ ਦੇ ਪ੍ਰੀਮੀਅਰ ਡਗ ਫੋਰਡ ਨੇ ਵੀਡੀਓ ਰਾਹੀਂ ਇਸ ਸ਼ੁਭ ਅਵਸਰ ਤੇ ਆਪਣੀ ਖੁਸ਼ੀ ਜ਼ਾਹਿਰ ਕੀਤੀ ਹੈ। Happy Navratri. This joyous 9-day festival celebrates the triumph of good over evil and is one of the most sacred holidays in Hinduism. It is a time for prayers, and although this year has had many obstacles, let us look to the future with hope and optimism. I look forward to celebrating once again with the community next year. ਹਰ ਵਾਰੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਨੂੰ ਅਸੀਂ ਐਵਰੀ ਡੇ ਜਿਹੜੇ ਵੀ ਦਿਨ ਭਰ ਦੇ ਕੇਸਿਸ ਦੀ ਜਾਣਕਾਰੀ ਹੁੰਦੀ ਹੈ ਉਹ ਦਿੰਦੇ ਹਾਂ। ਜੋ ਕੁਝ ਵੀ ਸਿਚੁਏਸ਼ਨ ਇਸ ਵੇਲੇ ਸਾਡੇ ਮੁਲਕ 'ਚ ਹੈ, ਓਨਟਾਰੀਓ ਦੇ ਵਿੱਚ ਹੈ ਕੋਵਿਡ-19 ਨੂੰ ਲੈ ਕੇ, ਉਹਦੀ ਵੀ ਜਾਣਕਾਰੀ ਦਿੰਦੇ ਹਾਂ। ਅੱਜ ਮੁੜ ਤੋਂ ਇੱਕ ਵਾਰੀ ਫਿਰ ਤੋਂ 804 ਕੇਸ ਜਿਹੜੇ ਆ ਉਹ ਰਿਪੋਰਟ ਹੋਏ ਹੈ, ਕਦੀ 900 ਤੋਂ ਉੱਤੇ, ਕਦੀ 800 ਤੋਂ ਥੱਲੇ, ਲੇਕਿਨ ਕੁੱਲ ਮਿਲਾ ਕੇ ਦੇਖਿਆ ਜਾਵੇ ਪਿਛਲੇ ਕਈ ਦਿਨਾਂ ਤੋਂ ਇਹ ਜਿਹੜੀ ਫਿਗਰ ਹੈ ਸੈਕੰਡ ਵੇਵ ਦੇ ਦੌਰਾਨ ਉਹ 700 ਔਰ 900 ਦੇ ਦਰਮਿਆਨ ਰਹਿ ਰਹੀ ਹੈ। ਇਹਦੇ ਨਾਲ ਜਿੱਥੇ ਚਿੰਤਾ ਵੱਧ ਰਹੀ ਹੈ ਸਰਕਾਰਾਂ ਦੀ, ਉੱਥੇ ਦੂਜੀ ਚਿੰਤਾ ਇਹ ਵੱਧ ਰਹੀ ਹੈ ਕਿ ਉਹ ਬਿਜ਼ਨਸਿਸ ਜਿਹੜੇ ਬੜੀ ਮੁਸ਼ਕਿਲ ਦੇ ਨਾਲ ਪੈਰਾਂ 'ਤੇ ਆਣ ਖੜੇ ਹੋਏ ਸੀ, ਕੁਝ ਅਜੇ ਐਸੇ ਬਿਜ਼ਨਸ ਵੀ ਸੀ ਜਿਹੜੇ ਹੌਲੀ ਹੌਲੀ ਵਾਪਸ ਨਾਰਮੈਂਸੀ ਨੂੰ ਪਰਤ ਰਹੇ ਸੀ, ਉਹ ਸਾਰੇ ਦੇ ਸਾਰੇ ਬਿਜ਼ਨਸ ਨੂੰ ਕਈ ਵਾਰੀ ਮੁੜ ਤੋਂ ਜਦੋਂ ਝਟਕਾ ਲੱਗਾ ਹੈ ਤੇ ਇਹਦੇ ਨਾਲ ਇੱਕ ਵਾਰੀ ਫਿਰ ਚਿੰਤਾ ਇਸ ਗੱਲ ਦੀ ਪੈਦਾ ਹੋਈ ਹੈ ਕਿ ਕੀ 28 ਦਿਨਾਂ ਦੇ ਲਈ ਇਹ ਜਿਹੜੇ ਬਿਜ਼ਨਸਿਸ ਬੰਦ ਕੀਤੇ ਜਾ ਰਹੇ ਆ, ਜਿਹੜੀਆਂ ਰਿਸਟ੍ਰਿਕਸ਼ਨ ਮੁੜ ਤੋਂ ਲਾਗੂ ਕੀਤੀਆਂ ਜਾ ਰਹੀਆਂ, ਕਿਤੇ ਇਹ ਤਾਂ ਨਹੀਂ ਕਿ ਲੰਮਾ ਸਮਾਂ ਹਜੇ ਸਾਨੂੰ ਇਸ ਤਰ੍ਹਾਂ ਦੇ ਹੀ ਮਾਹੌਲ 'ਚ ਆਉਣ ਵਾਲੇ ਦਿਨਾਂ ਵਿੱਚ ਰਹਿਣਾ ਪਏਗਾ। ਇਹ ਸਾਡੇ ਹੱਥ ਵੱਸ ਹੈ, ਅਗਰ ਅਸੀਂ ਚਾਹੀਏ ਤਾਂ ਇਹ ਨੰਬਰ ਘਟ ਸਕਦੇ ਆ। ਜਿਸ ਤਰ੍ਹਾਂ ਅਸੀਂ ਪਹਿਲਾਂ ਪੇਸ਼ੈਂਸ ਰੱਖੀ ਸੀ, ਆਓ ਮੁੜ ਤੋਂ ਕੋਸ਼ਿਸ਼ ਕਰੀਏ ਉਸ ਤਰ੍ਹਾਂ ਹੀ ਆਪਣੇ ਇਹਨਾਂ ਨਿਯਮਾਂ ਨੂੰ ਪਾਲਣ ਕਰੀਏ ਔਰ ਇਸ ਕੋਵਿਡ ਨੂੰ ਜਿੰਨੀ ਜਲਦੀ ਹੋ ਸਕਦਾ ਹੈ ਇਸ ਤੋਂ ਛੁਟਕਾਰਾ ਪਾਈਏ। ਅੱਜ ਦੇ ਇਹਨਾਂ ਨੰਬਰਾਂ ਦੀ ਜੋ ਰਿਪੋਰਟਿੰਗ ਹੈ ਉਹ ਪੂਰੀ ਤੁਹਾਡੇ ਲਈ ਪੇਸ਼ ਕਰਦੇ ਹਾਂ। ਕੋਵਿਡ-19 ਦੇ ਓਨਟਾਰੀਓ ਵਿੱਚ ਮੁੜ ਤੋਂ 800 ਤੋਂ ਵੱਧ ਕੇਸ ਰਿਪੋਰਟ ਹੋਏ ਹਨ, ਜਿਨ੍ਹਾਂ ਵਿੱਚੋਂ ਟੋਰਾਂਟੋ ਤੋਂ 374, ਪੀਲ ਤੋਂ 107, ਯੋਰਕ ਤੋਂ 93 ਤੇ ਓਟਵਾ ਤੋਂ 70 ਕੇਸ ਸ਼ਾਮਿਲ ਹਨ। ਲਗਭਗ 45,000 ਟੈਸਟ ਪਿਛਲੇ 24 ਘੰਟਿਆਂ 'ਚ ਕੀਤੇ ਗਏ ਹਨ। ਇਹਨਾਂ ਵੱਧਦੇ ਕੇਸਾਂ ਕਾਰਨ ਹਸਪਤਾਲ ਵਿੱਚ ਦਾਖਲ ਹੋਣ ਵਾਲਿਆਂ ਦੀ ਗਿਣਤੀ ਵੀ ਵੱਧਦੀ ਜਾ ਰਹੀ ਹੈ ਅਤੇ ਇਸ ਸਮੇਂ ਹਸਪਤਾਲ ਵਿੱਚ 278 ਵਿਅਕਤੀ ਭਰਤੀ ਹਨ, ਜਿਨ੍ਹਾਂ ਵਿੱਚ ICU ਤੇ 72 ਅਤੇ ਵੈਂਟੀਲੇਟਰ ਤੇ ਸਾਹ ਲੈ ਰਹੀਆਂ ਦੀ ਗਿਣਤੀ 42 ਤੱਕ ਪਹੁੰਚ ਗਈ ਹੈ। ਕਿਸੇ ਸਮੇਂ ਓਨਟਾਰੀਓ ਵਿੱਚ 900 ਦੇ ਕਰੀਬ ਐਕਟਿਵ ਕੇਸ ਰਹਿ ਗਏ ਸਨ, ਜਿਨ੍ਹਾਂ ਦੀ ਗਿਣਤੀ ਇਹ ਸੈਕਿੰਡ ਵੇਵ ਦੌਰਾਨ ਮੁੜ ਤੋਂ 6000 ਤੱਕ ਪਹੁੰਚ ਗਈ ਹੈ। ਪ੍ਰੋਗਰਾਮ ਦੇ ਵਿੱਚ ਹੁਣ ਸਮਾਂ ਹੋ ਗਿਆ ਇੱਕ ਛੋਟੀ ਜਿਹੀ ਬ੍ਰੇਕ ਦਾ। ਬ੍ਰੇਕ ਤੋਂ ਬਾਅਦ ਵਾਪਸ ਆਵਾਂਗੇ, ਤੁਹਾਨੂੰ ਦੱਸਾਂਗੇ ਕਿ ਨਾ ਸਿਰਫ ਕੈਨੇਡਾ, ਨਾ ਸਿਰਫ US, ਬਲਕਿ ਯੂਰਪ ਦੇ ਵਿੱਚ ਮੁੜ ਤੋਂ ਸੈਕੰਡ ਵੇਵ ਆ ਰਹੀ ਹੈ ਔਰ ਉਹਨਾਂ ਯੂਰਪੀਅਨ ਮੁਲਕਾਂ ਨੂੰ ਵੀ ਵੱਡਾ ਖਤਰਾ ਪੈਦਾ ਹੋ ਗਿਆ ਇਸ ਸੈਕੰਡ ਵੇਵ ਦੇ ਦੌਰਾਨ। ਇਹਦੀ ਵੀ ਜਾਣਕਾਰੀ ਦੇਵਾਂਗੇ, ਜਿੱਥੇ ਪੀਲ, ਟੋਰਾਂਟੋ ਔਰ ਓਟਵਾ ਵਰਗੇ ਰੀਜਨਸ ਨੂੰ ਸਟੇਜ 2 'ਚ ਵਾਪਸ ਲਿਆਂਦਾ ਗਿਆ ਸੀ। ਇਹਨਾਂ ਵੱਧਦੇ ਹੋਏ ਕੇਸਾਂ ਨੂੰ ਦੇਖਦਿਆਂ ਇੱਕ ਹੋਰ ਰੀਜਨ ਹੈ ਜਿਸ ਨੂੰ ਸਟੇਜ 2 ਵਿੱਚ ਮੁੜ ਤੋਂ ਸ਼ਾਮਿਲ ਕਰ ਲਿਆ ਗਿਆ। ਇਹ ਕੁਝ ਹੋਰ ਖਬਰਾਂ, ਲੇਕਿਨ ਪ੍ਰੋਗਰਾਮ 'ਚ ਬ੍ਰੇਕ ਤੋਂ ਬਾਅਦ। ਕੀ ਤੁਸੀਂ ਕਦੇ ਆਪਣੇ ਬੱਚਿਆਂ ਨਾਲ ਆਪਣੀ ਮੌਤ ਬਾਰੇ ਗੱਲ ਕੀਤੀ ਹੈ? ਮੈਂ ਵੀ ਨਹੀਂ ਕੀਤੀ। ਜੇ ਅਸੀਂ ਉਹਨਾਂ ਨੂੰ ਅੱਜ ਦੁਖੀ ਨਹੀਂ ਵੇਖਣਾ ਚਾਹੁੰਦੇ ਤਾਂ ਫਿਰ ਆਪਣੀ ਮੌਤ ਤੋਂ ਬਾਅਦ ਕਿਉਂ? ਇਸੇ ਲਈ ਮੈਂ ਆਪਣੇ ਅੰਤਮ ਸੰਸਕਾਰ ਦੀ ਪਲੈਨਿੰਗ ਹੁਣੇ ਕਰ ਦਿੱਤੀ ਹੈ, ਬਲਕਿ ਪੇਮੈਂਟ ਵੀ ਕਰ ਦਿੱਤੀ ਹੈ। ਲੋਟਸ ਫਿਊਨਰਲ ਹੋਮ ਪੰਜਾਬੀ ਫਿਊਨਰਲ ਡਾਇਰੈਕਟਰ ਵੱਲੋਂ ਚਲਾਇਆ ਜਾਂਦਾ ਪੰਜਾਬੀਆਂ ਦਾ ਆਪਣਾ ਫਿਊਨਰਲ ਹੋਮ, ਜਿੱਥੇ ਵਿਊਇੰਗ ਤੇ ਕ੍ਰਿਮੇਸ਼ਨ ਦੋਨੋਂ ਇੱਕੋ ਥਾਂ ਹੋ ਸਕਦੇ ਨੇ। ਮੈਂ ਆਪਣੇ ਬੱਚਿਆਂ ਨੂੰ ਆਪਣੇ ਜਾਨ ਤੋਂ ਬਾਅਦ ਵੀ ਦੁਖੀ ਨਹੀਂ ਕਰਨਾ ਚਾਹੁੰਦਾ। Superfan with a super deal. Our biggest construction sale is on now. Don't pay for 90 days on all new cars over AC. Your safety is our #1 priority. We have masks and gloves ready for you. We sanitize every hour. We maintain social distancing. Frontline workers receive 2% above invoice pricing on all new cars in stock. Looking for a Hyundai? I'm your guy. Book your appointment today at nabatiashyundai.com. ਨਾ ਵਕਤ ਕਦੇ ਰੁਕਦਾ ਹੈ ਤੇ ਨਾ ਹੀ ਜ਼ਿੰਦਗੀ ਦੀ ਦੌੜ 'ਚ ਅਕਸਰ ਵਕਤ ਹੱਥੋਂ ਨਿਕਲ ਜਾਂਦਾ ਹੈ। ਸੋਮਲ ਵਾਚਿਸ ਵਕਤ ਦੀਆਂ ਪਹਿਰੇਦਾਰ ਹਨ। ਇੰਟਰਨੈਸ਼ਨਲ ਬ੍ਰਾਂਡਡ ਵਾਚਿਸ, ਕਸਟਮਾਈਜ਼ਡ ਵਾਚਿਸ ਤੇ ਕਲੌਕ, ਭਾਵੇਂ ਸਿੰਗਲ ਪੀਸ ਹੋਵੇ ਜਾਂ ਫਿਰ ਬਲਕ, ਰਿਪੇਅਰ ਤੇ ਬੈਟਰੀਜ਼, ਆਪਣੇ ਵਕਤ ਨੂੰ ਪਕੜ ਕੇ ਰੱਖੋ।
ਸੋਮਲ ਵਾਚਸ ਦੇ ਨਾਲ, ਕਿਉਂਕਿ ਵਕਤ ਹੀ ਕਾਮਯਾਬੀ ਦਾ ਦੂਜਾ ਨਾਂ ਹੈ। ਸੋਮਲ ਵਾਚਸ ਕਲੌਕਸ ਪਾਰਟਸ ਐਂਡ ਟੂਲਸ ਸਪਲਾਈ ਲਿਮਿਟਡ, ਯੂਨਿਟ 48, 30 ਇੰਟਰਮੋਡਲ ਡਰਾਈਵ, ਬਰੈਂਪਟਨ। ਫੋਨ 9057902188। ਤੇ ਅੱਜ ਦੀ ਤੀਜੀ ਖਬਰ ਵੱਲ। ਜਦੋਂ ਪ੍ਰੀਮੀਅਰ ਡਗ ਫੋਰਡ ਨੇ ਐਲਾਨ ਕੀਤਾ ਸੀ ਕਿ ਪੀਲ, ਟੋਰਾਂਟੋ ਤੇ ਆਟਵਾ ਇਹ ਤਿੰਨ ਰੀਜਨ ਮੁੜ ਤੋਂ ਸਟੇਜ 2 ਦੇ ਵਿੱਚ ਲਿਆਂਦੇ ਜਾਣਗੇ, ਉਸ ਵੇਲੇ ਬਰੈਂਪਟਨ ਦੇ ਮੇਅਰ ਪੈਟਰਿਕ ਬਰਾਊਨ ਨੇ ਇੱਕ ਸਵਾਲ ਉਠਾਇਆ ਸੀ ਕਿ ਇਕੱਲੇ ਇਹੀ ਰੀਜਨ ਕਿਉਂ, ਇਹਨਾਂ ਦੇ ਨਾਲ ਦੇ ਲੱਗਦੇ ਸ਼ਹਿਰ, ਨਾਲ ਦੇ ਇਹ ਲੱਗਦੇ ਇਲਾਕੇ GTA ਵਿੱਚ ਉਹਨਾਂ ਨੂੰ ਵੀ ਸਟੇਜ 2 ਵਿੱਚ ਕਿਉਂ ਲਿਆਂਦਾ ਜਾ ਰਿਹਾ, ਕਿਉਂਕਿ ਨੁਕਸਾਨ ਇਹ ਹੋ ਸਕਦਾ ਹੈ ਕਿ ਇਹਨਾਂ ਸ਼ਹਿਰਾਂ ਤੋਂ ਜਿੱਥੇ ਵੀ ਸਟੇਜ 2 ਦੇ ਰਿਸਟ੍ਰਿਕਸ਼ਨ ਲਾਗੂ ਕੀਤੀਆਂ ਗਈਆਂ, ਲੋਕ ਨੇੜਲੇ ਸ਼ਹਿਰਾਂ 'ਚ ਜਾ ਕੇ ਉਹੀ ਸੁਵਿਧਾਵਾਂ, ਉਹੀ ਸਰਵਿਸਿਜ਼ ਲੈ ਲੈਣਗੇ, ਜਿਹਦਾ ਨਤੀਜਾ ਇਹ ਹੋਏਗਾ ਕਿ ਇਹਨਾਂ ਸ਼ਹਿਰਾਂ ਵਿੱਚ ਵੀ ਨੰਬਰ ਵੱਧ ਸਕਦੇ ਆ। ਔਰ ਉਹੀ ਹੋਇਆ। ਅਸੀਂ ਦੇਖਿਆ ਕਿ ਜਿਹੜੇ ਜਿਮ ਬੰਦ ਕੀਤੇ ਗਏ ਪੀਲ ਦੇ ਵਿੱਚ ਔਰ ਟੋਰਾਂਟੋ ਵਰਗੇ ਸ਼ਹਿਰਾਂ ਦੇ ਵਿੱਚ, ਉੱਥੋਂ ਲੋਕ ਨਾਲ ਦੇ ਸ਼ਹਿਰਾਂ ਦੇ ਵਿੱਚ ਓਕਵਿਲ ਹੋ ਗਿਆ, ਮਾਰਖਮ ਹੋ ਗਿਆ, ਵੌਨ ਹੋ ਗਿਆ, ਇਹਨਾਂ 'ਚ ਜਾਣ ਲੱਗ ਪਏ। ਉੱਥੇ ਇੱਕਦਮ ਜਿਹੜੀ ਆਮਦ ਵਧੀ ਇਹਨਾਂ ਲੋਕਾਂ ਦੀ, ਉਹਦੇ ਨਾਲ ਜਿਹੜੇ ਉੱਥੋਂ ਦੇ ਲੋਕ, ਸਥਾਨਕ ਲੋਕ, ਉਹ ਨਾਰਾਜ਼ ਹੋਣ ਲੱਗ ਪਏ ਕਿ ਬਾਕੀ ਸ਼ਹਿਰਾਂ ਤੋਂ ਲੋਕ ਇੱਥੇ ਕਿਉਂ ਆ ਰਹੇ ਆ। ਇਹਦਾ ਨਤੀਜਾ ਇਹ ਵੀ ਦੇਖਿਆ ਅਸੀਂ ਕਿ ਯਾਰਕ ਰੀਜਨ ਦੇ ਵਿੱਚ ਮੁੜ ਤੋਂ ਨੰਬਰ ਇੱਕਦਮ ਸ਼ੂਟ ਅਪ ਕਰਨੇ ਸ਼ੁਰੂ ਹੋ ਗਏ। ਯਾਰਕ ਰੀਜਨ, ਹਾਲਟਨ ਰੀਜਨ, ਡਰਮ ਰੀਜਨ, ਇਹ ਉਹ ਰੀਜਨ ਸੀ ਜਿੱਥੋਂ 0 ਕੇਸ ਕਿਸੇ ਵੇਲੇ ਰਿਪੋਰਟ ਹੋ ਰਹੇ ਸੀ। ਜਿਸ ਵੇਲੇ 60-70 ਕੇਸ ਮੈਕਸਿਮਮ ਰੋਜ਼ ਰਿਪੋਰਟ ਹੋ ਰਹੇ ਸੀ, ਉਸ ਵੇਲੇ ਪੀਲ ਦੇ ਵਿੱਚ 10, 12, 15 ਕੇਸ ਆ ਰਹੇ ਸੀ, 8 ਕੇਸ ਆ ਰਹੇ ਸੀ, ਤੇ ਇਹਨਾਂ ਰੀਜਨ ਵਿੱਚ ਕਿਸੇ ਤੇ ਵੀ ਕੋਈ ਵੀ ਕੇਸ ਰਿਪੋਰਟ ਨਹੀਂ ਸੀ ਹੋ ਰਿਹਾ। ਪਰ ਹੁਣ 100 ਤੋਂ ਉੱਤੇ ਕੇਸ ਯਾਰਕ ਰੀਜਨ ਤੋਂ ਰਿਪੋਰਟ ਹੋ ਰਹੇ ਸੀ। ਇਸ ਕਰਕੇ ਯਾਰਕ ਰੀਜਨ ਨੂੰ ਵੀ ਇਸ ਸਟੇਜ ਦੇ ਵਿੱਚ ਵਾਪਸ ਲੈਂਦਾ ਗਿਆ ਹੈ। ਔਰ ਜੇ ਇਹੀ ਹਾਲ ਬਾਕੀ ਰੀਜਨ ਵਿੱਚ ਰਿਹਾ ਤਾਂ ਕੋਈ ਵੱਡੀ ਗੱਲ ਨਹੀਂ ਕਿ ਪ੍ਰੋਵਿੰਸ਼ਲ ਸਰਕਾਰ ਨੂੰ ਉਹਨਾਂ ਬਾਕੀ ਬਚੇ ਰੀਜਨ ਨੂੰ ਵੀ ਵਾਪਸ ਸਟੇਜ 2 ਵਿੱਚ ਲਿਆਉਣਾ ਪਵੇ। ਆਓ ਦੇਖਦੇ ਹਾਂ ਇਹ ਰਿਪੋਰਟ। ਯਾਰਕ ਰੀਜਨ ਵਿੱਚ ਕੋਵਿਡ-19 ਦੇ ਵੱਧਦੇ ਕੇਸਾਂ ਕਾਰਨ ਓਨਟਾਰੀਓ ਸਰਕਾਰ ਨੇ ਫੈਸਲਾ ਕੀਤਾ ਹੈ ਕਿ ਇਸ ਰੀਜਨ ਵਿੱਚ ਵੀ ਟੋਰਾਂਟੋ, ਪੀਲ ਅਤੇ ਓਟਵਾ ਦੀ ਤਰ੍ਹਾਂ ਕਈ ਨਵੀਆਂ ਪਾਬੰਦੀਆਂ ਲਗਾ ਦਿੱਤੀਆਂ ਜਾਣ, ਜਿਨ੍ਹਾਂ ਵਿੱਚ ਰੈਸਟੋਰੈਂਟ ਦੇ ਡਾਈਨਿੰਗ ਦੀ ਮਨਾਹੀ, ਜਿਮ, ਕੈਸੀਨੋ ਅਤੇ ਇਨਡੋਰ ਰੀਕ੍ਰੀਏਸ਼ਨਲ ਐਕਟੀਵਿਟੀਜ਼ ਸਮੇਤ ਕਈ ਹੋਰ ਪਾਬੰਦੀਆਂ ਸ਼ਾਮਿਲ ਹਨ। ਇਸ ਰੀਜਨ ਵਿੱਚ ਵੀ ਇਨਡੋਰ 10 ਅਤੇ ਆਊਟਡੋਰ ਸਿਰਫ 25 ਵਿਅਕਤੀਆਂ ਇਕੱਠੇ ਹੋਣ ਦੀ ਇਜਾਜ਼ਤ ਹੈ। ਜ਼ਿਕਰਯੋਗ ਹੈ ਕਿ ਸ਼ੁੱਕਰਵਾਰ ਨੂੰ 62 ਅਤੇ ਵੀਰਵਾਰ ਨੂੰ 127 ਕੇਸ ਯਾਰਕ ਰੀਜਨ ਤੋਂ ਰਿਪੋਰਟ ਹੋਏ ਸਨ ਅਤੇ ਅੱਜ ਸ਼ਨੀਵਾਰ ਨੂੰ ਵੀ 92 ਨਵੇਂ ਕੇਸ ਰਿਪੋਰਟ ਕੀਤੇ ਗਏ ਹਨ। ਇਹ ਵੀ ਜ਼ਿਕਰਯੋਗ ਹੈ ਕਿ ਕੁਝ ਹਫ਼ਤੇ ਪਹਿਲਾਂ ਯਾਰਕ ਰੀਜਨ ਤੋਂ 0 ਕੇਸ ਰਿਪੋਰਟ ਹੋ ਰਹੇ ਸਨ। I want to address the concerning situation we're seeing in York Region right now. By all accounts, the indicators are going in the wrong direction. We're seeing a rapid increase in the rate of infection, with the positivity rate of 2.77% above the high alert threshold of 2.5%. Cases per 100,000 in York are now nearly 39, well above the provincial average, and similar to what we have seen in our worst hotspots. Most concerning of all, critical care admissions are reaching alarming levels. We had a discussion earlier today at Cabinet about additional measures to protect the people of York Region from COVID-19, and we've consulted with local leaders in York Region, and based on that recommendation of the Chief Medical Officer of Health and the experts in our public health measures table, and I hate doing this, my friends, I hate this. Effective Monday morning at 12:01 a.m., York Region will move into modified stage 2 for a period of 28 days. My friends, this was not an easy decision to make, and I know this will be very, very difficult for many people to hear. But we can't allow this virus to get into our long-term care homes. We need to protect our schools and our communities. We need to keep performing vital surgeries in our hospitals. We need to stop the spread before things get worse. We need to avoid a full lockdown.
ਔਰ ਵਧਦੇ ਅੱਗੇ ਅੱਜ ਦੀ ਚੌਥੀ ਖਬਰ ਵੱਲ। ਚਾਈਨਾ ਦੇ ਵਿੱਚ ਜਦੋਂ ਕੋਵਿਡ-19 ਦੀ ਸ਼ੁਰੂਆਤ ਹੋਈ ਸੀ ਜਨਵਰੀ ਮਹੀਨੇ, ਉਸ ਤੋਂ ਬਾਅਦ ਸਭ ਤੋਂ ਜ਼ਿਆਦਾ ਅਫੈਕਟਡ ਜਿਹੜਾ ਕੋਈ ਕੰਟਰੀ ਸੀ ਉਹ ਇਟਲੀ ਸੀ। ਇਟਲੀ ਤੋਂ ਬਾਅਦ ਸਪੇਨ ਦੀ ਵਾਰੀ ਆਈ, ਸਪੇਨ 'ਚ ਵੀ ਬਹੁਤ ਵੱਡਾ ਨੁਕਸਾਨ ਹੋਇਆ। ਇਸ ਤਰ੍ਹਾਂ ਹੀ ਫਿਰ ਫਰਾਂਸ ਦੇ ਵਿੱਚ, ਜਰਮਨੀ ਦੇ ਵਿੱਚ ਅਤੇ ਯੂਰਪ ਦੇ ਹੋਰ ਕਈ ਮੁਲਕਾਂ ਦੇ ਵਿੱਚ ਕੋਵਿਡ-19 ਨੇ ਬਹੁਤ ਵੱਡੀ ਤਬਾਹੀ ਕੀਤੀ। ਪਿਛਲੇ ਹੁਣ ਲੰਮੇ ਸਮੇਂ ਤੋਂ ਕੋਵਿਡ-19 ਦਾ ਅਸਰ ਕਾਫੀ ਘਟਿਆ ਹੋਇਆ ਸੀ। ਯੂਕੇ 'ਚ ਵੀ ਤੁਸੀਂ ਦੇਖਿਆ ਕਿ ਬੜੀ ਵੱਡੀ ਗਿਣਤੀ ਵਿੱਚ ਲੋਕਾਂ ਦੀ ਮੌਤ ਯੂਕੇ 'ਚ ਵੀ ਹੋਈ। ਲੇਕਿਨ ਹੁਣ ਦੁਬਾਰਾ ਤੋਂ ਜਰਮਨੀ ਦੀ ਜਿਹੜੀ ਚਾਂਸਲਰ ਹੈ ਉਸ ਨੇ ਵਾਰਨ ਕੀਤਾ ਹੈ ਕਿ ਜਿਸ ਤਰੀਕੇ ਨਾਲ ਨੰਬਰ ਵਧਣੇ ਸ਼ੁਰੂ ਹੋ ਗਏ ਹੈ, ਉਸ ਤੋਂ ਸਰਦੀਆਂ ਆਉਣ ਵਾਲੀਆਂ। ਯੂਰਪ ਦੇ ਵਿੱਚ ਇਹਨਾਂ ਸਰਦੀਆਂ ਦੇ ਵਿੱਚ ਉਹਨਾਂ ਨੂੰ ਖਦਸ਼ਾ ਹੈ ਕਿ ਬਹੁਤ ਵੱਡਾ ਨੁਕਸਾਨ ਮੁੜ ਤੋਂ ਇਸ ਸੈਕੰਡ ਵੇਵ ਦੇ ਚਲਦਿਆਂ ਹੋ ਸਕਦਾ ਹੈ। ਤਾਂ ਹੁਣ ਤੋਂ ਹੀ ਉਹਨਾਂ ਨੇ ਇਸ ਦੇ ਬਾਰੇ ਦੇ ਵਿੱਚ ਸੋਚਣਾ ਸ਼ੁਰੂ ਕਰ ਦਿੱਤਾ ਹੈ, ਸਖਤ ਮੈਜ਼ਰ ਲੈਣੇ ਸ਼ੁਰੂ ਕਰ ਦਿੱਤੇ ਹੈ ਔਰ ਇਹਦੇ 'ਤੇ ਪੂਰੀ ਰਿਪੋਰਟ ਤੁਹਾਡੇ ਲਈ ਅਸੀਂ ਪੇਸ਼ ਕਰ ਰਹੇ ਹਾਂ। ਕੈਨੇਡਾ ਤੇ ਅਮਰੀਕਾ ਤੋਂ ਇਲਾਵਾ ਹੁਣ ਯੂਰਪ ਵਿੱਚ ਵੀ ਸੈਕੰਡ ਵੇਵ ਬੜੀ ਤੇਜ਼ੀ ਨਾਲ ਆ ਰਹੀ ਹੈ। ਜਰਮਨੀ ਦੀ ਚਾਂਸਲਰ ਐਂਜਲਾ ਮਰਕਲ ਨੇ ਸਾਰੀਆਂ ਯੂਰੋਪੀਅਨ ਮੁਲਕਾਂ ਨੂੰ ਅਪੀਲ ਕੀਤੀ ਹੈ ਕਿ ਇਸ ਵਿੰਟਰ ਅਤੇ ਕ੍ਰਿਸਮਸ ਦੇ ਸਮੇਂ ਉਹ ਮੁੜ ਤੋਂ ਇਕੱਠੇ ਹੋ ਜਾਣ ਤਾਂ ਕਿ ਸੈਕੰਡ ਵੇਵ ਰਾਹੀਂ ਉਹ ਹੋਣ ਵਾਲੇ ਵੱਡੇ ਨੁਕਸਾਨ ਤੋਂ ਬਚਿਆ ਜਾ ਸਕੇ। ਪੈਰਿਸ ਸਮੇਤ ਫਰਾਂਸ ਦੇ 8 ਵੱਡੇ ਸ਼ਹਿਰਾਂ ਵਿੱਚ ਰੈਸਟੋਰੈਂਟਸ, ਬਾਰਸ, ਮੂਵੀ ਥੀਏਟਰਸ ਨੂੰ ਰਾਤ 9 ਵਜੇ ਤੋਂ ਪਹਿਲਾਂ ਬੰਦ ਕਰਨ ਦਾ ਹੁਕਮ ਦੇ ਦਿੱਤਾ ਗਿਆ ਹੈ। ਇਸੇ ਤਰ੍ਹਾਂ ਬ੍ਰਿਟੇਨ ਵਿੱਚ ਵੀ 3 ਟਾਇਰ ਸਿਸਟਮ ਲਾਗੂ ਕਰ ਦਿੱਤਾ ਗਿਆ ਹੈ, ਜਿਸ ਮੁਤਾਬਿਕ ਲੋਕਾਂ ਦਾ ਆਂਢੀਆਂ ਗੁਆਂਢੀਆਂ ਨੂੰ ਮਿਲਣ ਤੇ ਪਾਬੰਦੀਆਂ ਲਗਾਉਣ ਦੇ ਨਾਲ-ਨਾਲ ਪਬਸ ਨੂੰ ਬੰਦ ਕਰਨ ਸਮੇਤ ਹੋਰ ਕਈ ਰੈਸਟ੍ਰਿਕਸ਼ਨਸ ਕੀਤੀਆਂ ਜਾ ਰਹੀਆਂ ਨੇ। ਨਾਰਦਰਨ ਆਇਰਲੈਂਡ ਵਿੱਚ ਲੋਕਡਾਊਨ ਸ਼ੁੱਕਰਵਾਰ ਤੋਂ ਲਾਗੂ ਕਰ ਦਿੱਤਾ ਗਿਆ ਹੈ ਤੇ ਨਾਲ ਹੀ ਯੂਕੇ ਵਿੱਚ 136 ਹੋਰ ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਿਸ ਨਾਲ ਮਰਨ ਵਾਲਿਆਂ ਦੀ ਕੁੱਲ ਗਿਣਤੀ 43,000 ਤੋਂ ਵੀ ਉੱਤੇ ਪਹੁੰਚ ਗਈ ਹੈ। ਉਧਰ ਵਰਲਡ ਹੈਲਥ ਆਰਗੇਨਾਈਜੇਸ਼ਨ ਨੇ ਚੇਤਾਵਨੀ ਦਿੰਦੇ ਕਿਹਾ ਕਿ ਯੂਰਪ ਦੇ ਕਈ ਸ਼ਹਿਰਾਂ ਵਿੱਚ ਆਈਸੀਯੂ ਦੇ ਬੈੱਡ ਆਉਣ ਵਾਲੇ ਦਿਨਾਂ ਵਿੱਚ ਆਪਣੀ ਕੈਪੈਸਿਟੀ ਤੋਂ ਵੀ ਜ਼ਿਆਦਾ ਭਰ ਜਾਣਗੇ ਜੇਕਰ ਸੈਕੰਡ ਵੇਵ ਦਾ ਕੇਸਾਂ ਵਿੱਚ ਕਮੀ ਨਹੀਂ ਆਈ ਤਾਂ। ਨਿਊਜ਼ੀਲੈਂਡ ਦੇ ਵਿੱਚ ਚੋਣਾਂ ਹੋ ਗਈਆਂ, ਨਤੀਜੇ ਆ ਗਏ ਹੈ ਔਰ ਅਮਰੀਕਾ ਦੇ ਵਿੱਚ ਚੋਣਾਂ ਹੋਣੀਆਂ ਜੇ ਬਾਕੀ ਹੈ। 3 ਨਵੰਬਰ ਨੂੰ ਅਮਰੀਕਾ ਦੇ ਲੋਕ ਆਪਣਾ ਅਗਲਾ 4 ਸਾਲ ਦੇ ਰਾਸ਼ਟਰਪਤੀ ਚੁਣਨਗੇ। ਇਹ 2 ਅਹਿਮ ਖਬਰਾਂ ਇਸ ਬ੍ਰੇਕ ਤੋਂ ਬਾਅਦ। चलो मिलके जी ले जी खुशियाँ है मीठी सी। आम खाए आम सरे आम खाए, रस मौसम ने घोला चाहत ने मुंह खोला। आम खाए आम सरे आम खाए, आम खाए आम सरे आम खाए। ब्रार्स रसमलाई अब आम की मिठास लिए मजा लाजवाब लिए। ब्रार्स रसमलाई कभी भी कहीं भी। जीजेस कठोर ਲੇਟੈਸਟ ਡਿਜ਼ਾਈਨਰ ਸੂਟ, ਸਾੜੀਆਂ, ਲਹਿੰਗੇ, ਗਰਾਰੇ, ਸ਼ਰਾਰੇ ਅਤੇ ਲੈਗਿੰਗ ਆਦਿ ਖਰੀਦਣ ਲਈ ਵਧੀਆ ਕੁਆਲਿਟੀ ਦਾ ਲੂਜ਼ ਫੈਬਰਿਕ, ਆਪਣੀ ਮਨਪਸੰਦ ਦੀ ਸਟਿਚਿੰਗ ਅਤੇ ਫਿਟਿੰਗ ਕਰਵਾਉਣ ਲਈ, ਵੈਡਿੰਗ ਅਤੇ ਪਾਰਟੀ ਲਈ ਜੁਐਲਰੀ, ਚੂੜੇ, ਕਲੀਰੇ, ਪੰਜਾਬੀ ਜੁੱਤੀਆਂ ਖਰੀਦਣ ਲਈ ਜਾਂ ਫਿਰ ਆਪਣੇ ਕੱਪੜੇ ਡਰਾਈ ਕਲੀਨ ਕਰਵਾਉਣ ਲਈ ਪਹੁੰਚੋ ਚੰਕਿਊਜ਼ੀ ਅਤੇ ਬਵੇੜ ਵਾਲੇ ਪਲਾਜ਼ੇ ਵਿੱਚ। ਵਨ ਸਟਾਪ ਸ਼ੌਪ ਫॉर ਆਲ ਜੀਜ਼ਸ ਕਟੋਰ। 9054542842 905 454 2842। ਇੰਡੀਆ ਬਾਜ਼ਾਰ 1974 ਤੋਂ ਆਪਣੀ ਕਮਿਊਨਿਟੀ ਦਾ ਬਾਕਮਾਲ ਤੇ ਕਾਮਯਾਬ ਗਰੋਸਰੀ ਬਾਜ਼ਾਰ, ਜਿੱਥੋਂ ਤੁਸੀਂ ਕੈਨੇਡੀਅਨ ਜਾਂ ਇੰਡੀਅਨ ਗਰੋਸਰੀ, ਤਾਜ਼ੇ ਫਲ ਫਰੂਟ, ਹਰੀਆਂ ਸਬਜ਼ੀਆਂ ਤੇ ਨਾਨ ਵੈਜ ਆਈਟਮਸ ਵੀ ਲੈ ਸਕਦੇ ਹੋ। ਇੰਨਾ ਹੀ ਨਹੀਂ, ਇੰਡੀਆ ਬਾਜ਼ਾਰ ਵਿੱਚ ਬੈਠ ਕੇ ਖਾਣ ਦਾ ਅਤੇ ਟੇਕ ਆਊਟ ਦਾ ਵੀ ਪੂਰਾ ਪ੍ਰਬੰਧ ਕੀਤਾ ਹੋਇਆ ਹੈ। 2 locations to serve you: 10405 Kennedy Road North, Brampton, and 2645 Islington Avenue, Etobicoke. 905-840-1116. India Bazaar, always fresh. ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੋਂ ਆਪ ਸਭ ਦਾ ਸਵਾਗਤ ਹੈ। ਗੱਲ ਕਰਦੇ ਹਾਂ ਨਿਊਜ਼ੀਲੈਂਡ ਦੀ। ਨਿਊਜ਼ੀਲੈਂਡ ਉਹ ਮੁਲਕ ਹੈ ਜਿੱਥੇ ਸਭ ਤੋਂ ਘੱਟ ਕੋਵਿਡ-19 ਦੇ ਕੇਸ ਆਏ ਸੀ, ਜੋ ਸਭ ਤੋਂ ਪਹਿਲਾਂ ਕੋਵਿਡ-19 ਤੋਂ ਫ੍ਰੀ ਹੋ ਗਿਆ ਸੀ। ਤੁਹਾਨੂੰ ਚੇਤਾ ਹੋਵੇਗਾ ਜਦੋਂ ਚਾਈਨਾ ਦੇ ਵਿੱਚ ਨੰਬਰ ਵੱਧ ਰਹੇ ਸੀ, ਉਸੇ ਵੇਲੇ ਹੀ ਨਿਊਜ਼ੀਲੈਂਡ ਨੇ ਸਖਤ ਫੈਸਲਾ ਲਿਆ। ਆਪਣੇ ਮੁਲਕ ਦੇ ਵਿੱਚ ਬਾਹਰਲੇ ਮੁਲਕਾਂ ਤੋਂ ਆਉਣ ਵਾਲੀਆਂ ਉਡਾਨਾਂ ਸਾਰੀਆਂ ਫਲਾਈਟਸ ਨੂੰ ਬਿਲਕੁਲ ਬੰਦ ਕਰ ਦਿੱਤਾ ਗਿਆ ਸੀ। ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਦਾ ਕਹਿਣਾ ਸੀ ਕਿ ਅਸੀਂ ਬਿਲਕੁਲ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਰਿਸਕ ਨਹੀਂ ਲੈਣਾ ਚਾਹੁੰਦੇ
ਔਰ ਸਭ ਤੋਂ ਪਹਿਲਾਂ ਨਿਊਜ਼ੀਲੈਂਡ ਹੀ ਉਹ ਮੁਲਕ ਸੀ ਜਿਸ ਨੇ ਆਪਣੇ ਜਿਹੜੇ ਵੀ ਉਹਨਾਂ ਦੇ ਸਿਟੀਜ਼ਨ ਹੈ, ਨਾਗਰਿਕ ਹੈ, ਉਹਨਾਂ ਵਾਸਤੇ ਇੱਕ ਤਾਂ ਛੁੱਟੀ ਦਾ ਐਲਾਨ ਕਰ ਦਿੱਤਾ ਸੀ, ਇੱਕ ਘਰ ਬੈਠਿਆਂ ਨੂੰ ਪੈਸੇ ਦੇਣੇ, ਅਤੇ ਔਨ ਟਾਪ ਆਫ ਦੈਟ ਸਭ ਦੀਆਂ ਚਾਹੇ ਮੌਰਗੇਜਿਸ ਹੋਣ, ਚਾਹੇ ਉਹਨਾਂ ਦੀਆਂ ਬਿੱਲ ਬੱਤੀਆਂ ਹੋਣ, ਸਭ ਦਾ ਇੰਤਜ਼ਾਮ ਕਰ ਦਿੱਤਾ ਗਿਆ ਸੀ। ਨਤੀਜਾ ਇਹ ਹੋਇਆ ਕਿ ਲੋਕਾਂ ਨੇ ਬਾਹਰ ਨਿਕਲਣਾ ਬੰਦ ਕਰ ਦਿੱਤਾ, ਨੰਬਰ ਸਪਰੈਡ ਹੋਣੇ ਘਟ ਗਏ ਔਰ ਬੜੀ ਜਲਦੀ ਉਹ ਦਿਨ ਆ ਗਿਆ ਜਦੋਂ ਬਾਕੀ ਮੁਲਕ ਅਜੇ ਕੋਵਿਡ-19 ਨਾਲ ਜੂਝ ਰਹੇ ਸੀ ਅਤੇ ਜਿਹੜਾ ਨਿਊਜ਼ੀਲੈਂਡ ਹੈ ਉਹ ਬਿਲਕੁਲ ਕਰੋਨਾ ਵਾਇਰਸ ਤੋਂ, ਕੋਵਿਡ-19 ਤੋਂ ਮੁਕਤ ਹੋ ਗਿਆ। ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਦੀਆਂ ਬੜੀਆਂ ਗੱਲਾਂ ਅਸੀਂ ਕਰ ਸਕਦੇ ਹਾਂ। ਇਹ ਉਹੀ ਪ੍ਰਧਾਨ ਮੰਤਰੀ ਹੈ, ਉਹੀ ਇੱਕ ਔਰਤ ਹੈ ਜਿਸ ਨੇ ਪ੍ਰਧਾਨ ਮੰਤਰੀ ਹੁੰਦਿਆਂ ਵਿਆਹ ਰਚਾਇਆ, ਬੱਚਾ ਹੋਇਆ, ਪਰ ਉਸ ਨੇ ਕਦੀ ਵੀ ਆਪਣੇ ਕੰਮ ਤੋਂ ਕੋਈ ਕੁਤਾਹੀ ਨਹੀਂ ਕੀਤੀ। ਜਦ ਕਿ ਦੂਜੇ ਪਾਸੇ ਉਸ ਨੇ ਆਪਣੀ ਤਨਖਾਹ ਅੱਧੀ ਕਰ ਦਿੱਤੀ, ਇਹ ਕਹਿ ਕੇ ਕਿ ਕੋਵਿਡ-19 ਦੇ ਚੱਲਦਿਆਂ ਅਸੀਂ ਆਪਣੇ ਵੱਲੋਂ ਇਹ ਕੰਟਰੀਬਿਊਸ਼ਨ ਪਾ ਸਕਦੇ ਹਾਂ ਕਿ ਸਾਰੀ ਕੈਬਨਿਟ ਅੱਧੀ ਤਨਖਾਹ ਲਹੇਗੀ। ਇਹਦਾ ਸ਼ਾਇਦ ਨਤੀਜਾ ਇਹ ਹੈ ਕਿ ਨਿਊਜ਼ੀਲੈਂਡ ਦੇ ਵਿੱਚ ਕਦੀ ਵੀ ਕੋਈ ਪਾਰਟੀ ਪਿਛਲੇ 24 ਸਾਲ ਤੋਂ ਮੈਜੋਰਟੀ ਹਾਸਲ ਨਹੀਂ ਸੀ ਕਰ ਸਕੀ, ਪਰ ਇੱਕ ਵਾਰੀ ਮੁੜ ਤੋਂ ਮੌਜੂਦਾ ਸਰਕਾਰ ਨੂੰ, ਮੌਜੂਦਾ ਪਾਰਟੀ ਲੇਬਰ ਪਾਰਟੀ ਜਿਹੜੀ ਹੈ ਰਾਜ ਕਰ ਰਹੀ ਹੈ, ਉਸ ਨੂੰ ਹੁਣ ਬਹੁਮਤ ਮਿਲ ਗਿਆ ਹੈ। ਪਹਿਲਾਂ ਉਹ ਮਾਈਨੋਰਟੀ 'ਚ ਸਨ, ਲੇਕਿਨ ਹੁਣ ਉਹਨਾਂ ਨੇ ਮੈਜੋਰਟੀ ਹਾਸਲ ਕਰ ਲਈ ਹੈ ਔਰ ਉਹਨਾਂ ਨੂੰ ਵਧਾਈ ਦੇਣ ਵਾਲਿਆਂ ਵਿੱਚ ਸਭ ਤੋਂ ਪਹਿਲਾਂ ਸਾਡੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੀ ਸਨ, ਜਿਹੜੇ ਅਕਸਰ ਉਹਨਾਂ ਨਾਲ ਗੱਲਬਾਤ ਕਰਦੇ ਰਹਿੰਦੇ ਆ, ਉਹਨਾਂ ਤੋਂ ਸਲਾਹਾਂ ਲੈਂਦੇ ਰਹਿੰਦੇ ਆ, ਐਡਵਾਈਸ ਲੈਂਦੇ ਰਹਿੰਦੇ ਆ ਕਿ ਕਿਸ ਤਰ੍ਹਾਂ ਉਹਨਾਂ ਨੇ ਆਪਣੇ ਮੁਲਕ ਦੇ ਵਿੱਚ ਕੋਵਿਡ-19 ਤੋਂ ਛੁਟਕਾਰਾ ਪਾਇਆ, ਅਤੇ ਕੈਨੇਡਾ ਵੀ ਉਸੇ ਮਾਡਲ ਨੂੰ ਅਪਣਾਉਣਾ ਚਾਹੁੰਦਾ ਹੈ। ਤੋਂ ਨਿਊਜ਼ੀਲੈਂਡ ਦੇ ਇਲੈਕਸ਼ਨ ਦੇ ਉੱਤੇ ਇਹ ਸਪੈਸ਼ਲ ਰਿਪੋਰਟ। ਨਿਊਜ਼ੀਲੈਂਡ ਦੇ ਪ੍ਰਧਾਨ ਮੰਤਰੀ ਜਸਿੰਡਾ ਆਰਡਰਨ ਦੀ ਲੇਬਰ ਪਾਰਟੀ ਨੇ ਮੁਲਕ ਵਿੱਚ ਹੋਈਆਂ ਆਮ ਚੋਣਾਂ 'ਚ 59% ਵੋਟਾਂ ਪ੍ਰਾਪਤ ਕਰਕੇ ਇੱਕ ਵਾਰ ਫੇਰ ਮੁੜ ਤੋਂ ਮੈਜੋਰਿਟੀ ਹਾਸਲ ਕਰ ਲਈ ਹੈ। ਜ਼ਿਕਰਯੋਗ ਹੈ ਕਿ ਪਿਛਲੇ 24 ਸਾਲਾਂ ਵਿੱਚ ਨਿਊਜ਼ੀਲੈਂਡ 'ਚ ਕੋਈ ਇੱਕ ਪਾਰਟੀ ਬਹੁਮਤ ਹਾਸਲ ਨਹੀਂ ਕਰ ਸਕੀ ਹੈ ਅਤੇ ਹਮੇਸ਼ਾ ਮਿਲੀ-ਜੁਲੀ ਸਰਕਾਰ ਹੀ ਪਾਉਂਦੀ ਰਹੀ ਹੈ, ਪਰੰਤੂ ਇਹ ਪਹਿਲੀ ਵਾਰ ਹੋਏਗਾ ਕਿ ਕੋਈ ਮੌਜੂਦਾ ਪਾਰਟੀ ਮੁੜ ਤੋਂ ਚੋਣਾਂ ਵਿੱਚ ਬਹੁਮਤ ਪ੍ਰਾਪਤ ਕਰਨ ਕਰਕੇ ਕਾਮਯਾਬ ਹੋਈ ਹੈ। ਲੇਬਰ ਪਾਰਟੀ ਦੇ 120 ਪਾਰਲੀਮੈਂਟਾਂ ਸੀਟਾਂ ਵਿੱਚੋਂ 64% ਸੀਟਾਂ ਜਿੱਤਣ ਦੇ ਆਸਾਰ ਹਨ, ਜਦਕਿ ਵਿਰੋਧੀ ਨੈਸ਼ਨਲ ਪਾਰਟੀ ਨੂੰ 27% ਵੋਟਾਂ ਮਿਲੀਆਂ ਹਨ ਅਤੇ ਉਹ 35 ਸੀਟਾਂ ਹੀ ਜਿੱਤ ਸਕੇ ਹਨ। ਇਹ ਵੀ ਜ਼ਿਕਰਯੋਗ ਹੈ ਕਿ ਪਿਛਲੇ ਚੋਣਾਂ ਵਿੱਚ ਨੈਸ਼ਨਲ ਪਾਰਟੀ ਨੂੰ 44% ਵੋਟਾਂ ਮਿਲੀਆਂ ਸਨ। ਨੈਸ਼ਨਲ ਪਾਰਟੀ ਦੀ ਲੀਡਰ ਜੁਡਿਥ ਕਾਲਿੰਸ ਨੇ ਪ੍ਰਧਾਨ ਮੰਤਰੀ ਆਰਡਰਨ ਨੂੰ ਜਿੱਤ ਦੀ ਵਧਾਈ ਦਿੱਤੀ ਹੈ। ਰਾਜਨੀਤਿਕ ਮਾਹਿਰਾਂ ਮੁਤਾਬਿਕ ਲੇਬਰ ਪਾਰਟੀ ਦੀ ਜਿੱਤ ਦਾ ਕਾਰਨ ਪ੍ਰਧਾਨ ਮੰਤਰੀ ਆਰਡਰਨ ਵੱਲੋਂ ਕੋਵਿਡ-19 ਦੀ ਮਹਾਮਾਰੀ ਨਾਲ ਲੜਨ ਅਤੇ 2019 ਵਿੱਚ ਮਸਜਿਦਾਂ ਉੱਤੇ ਹੋਏ ਹਮਲੇ ਤੋਂ ਬਾਅਦ ਇਮੀਗ੍ਰੈਂਟਾਂ ਨਾਲ ਡਟ ਕੇ ਖੜੇ ਹੋਣ ਦੇ ਨਾਲ ਕੋਵਿਡ-19 ਦੇ ਔਖੇ ਸਮੇਂ ਵਿੱਚ ਆਪਣੀ ਤਨਖਾਹ ਭੱਤੇ ਵਿੱਚ ਵੱਡੀ ਕਟੌਤੀ ਕਰਾਉਣ ਵਰਗੇ ਲਏ ਗਏ ਕਈ ਅਹਿਮ ਫੈਸਲਿਆਂ ਨੇ ਉਸ ਨੂੰ ਲੋਕਾਂ ਦੇ ਮਨਾਂ ਵਿੱਚ ਸਤਿਕਾਰ ਦੀ ਭਾਵਨਾ ਨੂੰ ਵਧਾਇਆ ਹੈ। We know the next few years will not be easy. The last few have not been easy either. But there have been chinks of light that have shone through even the darkest of times. That light has been our nation's determination, our support for one another, our sense of resolve. And that light has always been more powerful than the most overwhelming darkness. Yes, policies, ideas, and having a plan matters, but it will only be as good as the people that it works to support. And I cannot imagine a people I would feel more privileged to work on behalf of, to work alongside, and to be Prime Minister for. As we campaign positively, with optimism about our future, with a relentless focus on a recovery that brings New Zealanders with us to deliver long-lasting change. Now more than ever is the time to keep going, to keep working, to grab hold of the opportunities that lay in front of us. So let's step forward together. Ka hoake tono tātou. Let's keep moving. ਥੋੜ੍ਹੀ ਜਿਹੀ ਗੱਲ ਕਰੀਏ ਫਿਰ ਆਪਣੇ ਗੁਆਂਢੀ ਮੁਲਕ ਅਮਰੀਕਾ ਦੀ। ਉੱਥੇ ਵੀ ਇਲੈਕਸ਼ਨ ਇਸ ਵੇਲੇ ਜ਼ੋਰਾਂ 'ਤੇ ਹਨ, ਕੰਪੇਨ ਕਾਫੀ ਜ਼ੋਰਾਂ 'ਤੇ ਹੈ। 3 ਨਵੰਬਰ ਨੂੰ ਅਮਰੀਕਾ ਦੇ ਲੋਕ ਆਪਣੇ ਅਗਲੇ ਰਾਸ਼ਟਰਪਤੀ ਦੀ ਚੋਣ ਕਰਨਗੇ। ਜਿੱਥੇ ਰਾਸ਼ਟਰਪਤੀ ਡੋਨਲਡ ਟਰੰਪ ਮੁੜ ਤੋਂ ਆਪਣੀ ਕਿਸਮਤ ਅਜਮਾ ਰਹੇ ਹੈ, ਉੱਥੇ ਸਾਬਕਾ ਵਾਈਸ ਪ੍ਰੈਜ਼ੀਡੈਂਟ ਜੋ ਬਾਈਡਨ
ਇਸ ਰੇਸ ਵਿੱਚ ਹੁਣ ਕਾਫੀ ਅੱਗੇ ਨਜ਼ਰ ਆ ਰਿਹਾ ਹੈ। ਬੀਤੇ ਦਿਨਾਂ ਦੇ ਵਿੱਚ ਰਾਸ਼ਟਰਪਤੀ ਟਰੰਪ ਨੂੰ ਸਵਾਲ ਕੀਤਾ ਗਿਆ ਕਿ $400 ਮਿਲੀਅਨ ਦੀ ਰਕਮ ਤੁਸੀਂ ਜਿਹੜੀ ਉਧਾਰ ਦੇਣੀ ਹੈ ਉਹ ਕਿਸ ਨੂੰ ਦੇਣੀ ਹੈ, ਡਿਸਕਲੋਜ਼ ਕਰੋ। ਇਹ ਵੀ ਇਸ਼ੂ ਬਣਿਆ। ਨਿਊਯਾਰਕ ਟਾਈਮ ਨੇ ਇਹ ਗੱਲ ਨੂੰ ਕਾਫੀ ਵੱਡੇ ਤੌਰ ਦੇ ਉੱਤੇ ਰਿਪੋਰਟ ਕੀਤਾ ਕਿ ਪਿਛਲੇ 15 ਸਾਲਾਂ ਚੋਂ 10 ਸਾਲ ਰਾਸ਼ਟਰਪਤੀ ਡੋਨਲਡ ਟਰੰਪ ਨੇ ਕਦੀ ਵੀ ਟੈਕਸ ਪੇ ਹੀ ਨਹੀਂ ਕੀਤਾ। ਰਾਸ਼ਟਰਪਤੀ ਟਰੰਪ ਨੇ ਇਸ ਨੂੰ ਝੁਠਲਾਇਆ ਸੀ ਉਸ ਵੇਲੇ, ਪਰ ਹੁਣ ਕੱਲ ਉਹਨਾਂ ਨੇ ਖੁਦ ਇਸ ਗੱਲ ਨੂੰ ਮੰਨ ਲਿਆ ਹੈ ਕਿ ਉਹਨਾਂ ਨੇ $400 ਮਿਲੀਅਨ ਦਾ ਕਰਜ਼ਾ ਦੇਣਾ ਹੈ। ਕਿਸ ਦਾ ਦੇਣਾ ਹੈ ਇਸ ਦਾ ਜ਼ਿਕਰ ਨਹੀਂ ਕਰ ਰਹੇ, ਨਾ ਹੀ ਆਪਣੇ ਟੈਕਸ ਦੀ ਕੋਈ ਗੱਲ ਕਰ ਰਹੇ ਹੈ। ਤਾਂ ਅਮਰੀਕਾ ਦਾ ਰਾਸ਼ਟਰਪਤੀ ਹੋਵੇ ਔਰ ਉਹ ਇਹ ਗੱਲ ਕਵੇ ਕਿ ਉਸਨੇ ਕਿਸੇ ਦਾ ਕਰਜ਼ਾ ਦੇਣਾ ਹੈ, ਪਰ ਦੱਸਣਾ ਨਹੀਂ ਹੈ ਕਿ ਉਹ ਲੋਕ ਉਹ ਹੈ ਜਿਹੜੇ ਰਾਸ਼ਟਰਪਤੀ ਨੂੰ ਪ੍ਰਭਾਵਿਤ ਕਰ ਸਕਦੇ ਹੈ, ਜਿਨ੍ਹਾਂ ਦੇ ਉਸਨੇ ਪੈਸੇ ਦੇਣੇ ਹੈ। ਰਾਸ਼ਟਰਪਤੀ ਟਰੰਪ ਇਹ ਗੱਲ ਕਹਿ ਰਹੇ ਹੈ ਕਿ ਰਸ਼ੀਆ ਇਹਦੇ ਵਿੱਚ ਸ਼ਾਮਿਲ ਨਹੀਂ ਹੈ, ਪਰ ਕਈ ਲੋਕ ਇਹ ਮੰਨਦੇ ਹੈ ਕਿ ਟਰਕੀ ਵਰਗੇ ਮੁਲਕ ਜਿਨ੍ਹਾਂ ਦਾ ਕੋਈ ਨਾ ਕੋਈ ਪਰਸਨਲ ਏਜੰਡਾ ਹੈ ਰਾਸ਼ਟਰਪਤੀ ਟਰੰਪ ਦੇ ਪਰਸਨਲ ਵਪਾਰ ਦੇ ਨਾਲ, ਕਿ ਉਹ ਕੋਈ ਇਹਦਾ ਲਾਭ ਲੈਣ ਦੀ ਕੋਸ਼ਿਸ਼ ਕਰ ਰਹੇ ਹੈ, ਜਾਂ ਉਹ ਕੌਣ ਲੋਕ ਹੈ ਜਿਨ੍ਹਾਂ ਨੇ ਰਾਸ਼ਟਰਪਤੀ ਟਰੰਪ ਨੂੰ ਇਹ $400 ਮਿਲੀਅਨ ਦਾ ਕਰਜ਼ਾ ਦਿੱਤਾ ਹੋਇਆ ਹੈ। ਇਹ ਸਾਰੀਆਂ ਗੱਲਾਂ ਦੇ ਚੱਲਦਿਆਂ ਰਾਸ਼ਟਰਪਤੀ ਟਰੰਪ ਦੀ ਜਿਹੜੀ ਹਾਲਤ ਹੈ ਉਹ ਪਤਲੀ ਹੁੰਦੀ ਜਾ ਰਹੀ ਹੈ। ਪਿਛਲੀ ਡਿਬੇਟ 'ਚ ਉਹਨਾਂ ਨੇ ਹਿੱਸਾ ਨਹੀਂ ਲਿਆ, ਜਾਣ ਬੁੱਝ ਕੇ ਉਹਨਾਂ ਨੇ ਕਿਹਾ ਕਿ ਮੈਂ ਜੋ ਬਾਈਡਨ ਨਾਲ ਡਿਬੇਟ ਨਹੀਂ ਕਰਾਂਗਾ। ਉਹ 3 ਡਿਬੇਟਾਂ ਵਿੱਚੋਂ 2 ਡਿਬੇਟਾਂ ਦਾ ਸਮਾਂ ਨਿਕਲ ਚੁੱਕਾ ਹੈ, ਇੱਕ ਲਾਸਟ ਡਿਬੇਟ ਬਚੀ ਹੈ। ਦੇਖਣਾ ਹੋਵੇਗਾ ਕਿ ਰਾਸ਼ਟਰਪਤੀ ਟਰੰਪ ਇਸ ਡਿਬੇਟ ਵਿੱਚ ਹਿੱਸਾ ਲੈਂਦੇ ਕਿ ਨਹੀਂ। ਪਰ ਫਿਲਹਾਲ ਅਮਰੀਕਾ ਦੇ ਇਲੈਕਸ਼ਨ ਦੇ ਉੱਤੇ ਇਹ ਸਾਡੀ ਸਪੈਸ਼ਲ ਰਿਪੋਰਟ। ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਆਖਿਰ ਮੰਨ ਲਿਆ ਹੈ ਕਿ ਉਹ $400 ਮਿਲੀਅਨ ਦੇ ਦੇਣਦਾਰ ਨੇ, ਪਰੰਤੂ ਉਹਨਾਂ ਨੇ ਆਪਣੇ ਕਰਜ਼ਦਾਰ ਦਾ ਨਾਂ ਦੱਸਣ ਤੋਂ ਇਨਕਾਰ ਕਰ ਦਿੱਤਾ ਹੈ। ਇੱਕ ਟਾਊਨ ਹਾਲ ਇਲੈਕਸ਼ਨਸ ਰੈਲੀ ਦੇ ਦੌਰਾਨ ਟਰੰਪ ਨੇ ਕਿਹਾ ਕਿ ਮੇਰੇ ਤੇ ਦੋਸ਼ ਹੈ ਕਿ ਮੈਂ ਰਸ਼ੀਆ ਤੋਂ ਹੀ ਕਰਜ਼ਾ ਲਿਆ ਹੈ, ਜੋ ਕਿ ਸਰਾਸਰ ਗਲਤ ਹੈ। ਉਹਨਾਂ ਨੇ ਨਾਲ ਹੀ ਇਹ ਕਿਹਾ ਕਿ ਮੇਰੇ ਲਈ $400 ਮਿਲੀਅਨ ਦੀ ਰਕਮ ਬਹੁਤ ਹੀ ਮਾਮੂਲੀ ਜਿਹੀ ਰਕਮ ਹੈ। ਜ਼ਿਕਰਯੋਗ ਹੈ ਕਿ ਨਿਊਯਾਰਕ ਟਾਈਮਸ ਨੇ ਪਿੱਛੇ ਜਿਹੇ ਖੁਲਾਸਾ ਕੀਤਾ ਸੀ ਕਿ ਡੋਨਲਡ ਟਰੰਪ ਦੇ ਸਿਰ ਤੇ ਮਿਲੀਅਨ ਡਾਲਰਸ ਦਾ ਕਰਜ਼ਾ ਹੈ ਅਤੇ ਉਸਨੇ ਪਿਛਲੇ 15 ਸਾਲ ਵਿੱਚ 10 ਸਾਲ ਕੋਈ ਇਨਕਮ ਟੈਕਸ ਰਿਟਰਨ ਨਹੀਂ ਪੇ ਕੀਤਾ ਹੈ। ਇਸ ਚਲਾਕ ਬਿਜ਼ਨਸਮੈਨ ਵਜੋਂ ਟਰੰਪ ਆਪਣੇ ਟੈਕਸ ਬੜੀ ਹੁਸ਼ਿਆਰੀ ਨਾਲ ਬਚਾਉਂਦੇ ਆਏ ਨੇ। ਦਸਤਾਵੇਜ਼ ਵੱਲੋਂ ਇਹ ਵੀ ਖੁਲਾਸਾ ਕੀਤਾ ਗਿਆ ਹੈ ਕਿ ਪਿਛਲੇ ਸਾਲ ਉਹਨਾਂ ਆਪਣੇ ਵਾਲਾਂ ਦੀ ਸਾਂਭ ਵਿੱਚ $70,000 ਖਰਚ ਕੀਤੇ ਗਏ ਸੀ। What they did is illegal, number one. Also, the numbers are all wrong with the numbers they released. And just so you understand, when you have a lot of real estate, I have real estate, you know a lot of it, okay? Right down the road, Doral. I have a very, very small percentage of debt compared, in fact, some of it I did as favors to institutions that wanted to loan me money. $400 million compared to the assets that I have, all of these great properties all over the world, and frankly, the Bank of America building in San Francisco. And if you'd like to do, I will let you know who I owe whatever small amount of money. I want to say 2 things. Number one, it's a very small amount of money. Number 2, it's very straight. It's very, very straight. ਤੇ ਲਓ ਫਿਰ ਹੁਣ ਇੱਕ ਹੋਰ ਬ੍ਰੇਕ ਦਾ ਸਮਾਂ ਹੋ ਗਿਆ ਹੈ। ਰਾਜਨੀਤਿਕ ਖਬਰਾਂ ਤੋਂ ਤੁਹਾਨੂੰ ਲੈ ਕੇ ਚੱਲਾਂਗੇ ਕਿ ਐਸੀ ਦੁਨੀਆ ਦੇ ਵਿੱਚ ਇਸ ਮੁਲਕ ਦੀ ਖੂਬਸੂਰਤੀ ਤੁਹਾਨੂੰ ਦਿਖਾਵਾਂਗੇ। ਬਹੁਤ ਘੱਟ ਮੌਕਾ ਸਾਨੂੰ ਮਿਲਦਾ ਹੈ ਇਸ ਐਡੇ ਵਿਸ਼ਾਲ ਮੁਲਕ ਦੀ ਇਸ ਤਰ੍ਹਾਂ ਦੀ ਖੂਬਸੂਰਤੀ ਨੂੰ ਦੇਖਣ ਦਾ। ਸਾਡੀ ਟੀਮ ਨੇ ਬੜੀ ਮਿਹਨਤ ਕੀਤੀ ਹੈ ਔਰ ਤੁਹਾਡੇ ਲਈ ਕੁਝ ਐਸੇ ਦ੍ਰਿਸ਼ ਇਕੱਠੇ ਕੀਤੇ ਹੈ। ਮੇਰਾ ਦਾਅਵਾ ਹੈ ਕਿ ਤੁਹਾਨੂੰ ਇਹ ਦ੍ਰਿਸ਼ ਦੇਖ ਕੇ ਬਹੁਤ ਅੱਛਾ ਲੱਗੇਗਾ। ਕੈਨੇਡਾ ਬੜਾ ਖੂਬਸੂਰਤ ਮੁਲਕ ਹੈ। ਵੱਖ-ਵੱਖ ਰੁੱਤਾਂ ਅਸੀਂ ਮਾਣਦੇ ਹਾਂ ਇੱਥੇ ਹਰ ਸਾਲ। ਜਿਹੜੀ ਸਾਡੀ ਪੱਤਝੜ ਦੀ ਰੁੱਤ ਹੈ, ਕਦੀ ਅਸੀਂ ਸੋਚਿਆ ਵੀ ਨਹੀਂ ਹੋਏਗਾ ਕਿ ਉਹ ਇੰਨੀ ਜ਼ਿਆਦਾ ਖੂਬਸੂਰਤ ਹੈ। ਆਮ ਤੌਰ 'ਤੇ ਅਸੀਂ ਸੋਚਦੇ ਹਾਂ ਕਿ ਕੈਨੇਡਾ ਦੀਆਂ ਜਿਹੜੀਆਂ ਗਰਮੀਆਂ, ਸਾਡਾ ਜਿਹੜਾ ਸੀਜ਼ਨ ਹੈ ਵਿੰਟਰ ਦਾ, ਗਰਮੀਆਂ ਦਾ ਜਿਹੜਾ ਸੀਜ਼ਨ ਹੈ, ਸਮਰ ਦਾ ਸੀਜ਼ਨ ਹੈ, ਉਹ ਜ਼ਿਆਦਾ ਲੋਕ ਪਸੰਦ ਕਰਦੇ ਹੈ। ਸਪਰਿੰਗ ਨੂੰ ਵੀ ਲੋਕ ਪਸੰਦ ਕਰਦੇ ਹੈ। ਲੇਕਿਨ ਸ਼ਾਇਦ ਤੁਸੀਂ ਕਦੀ ਮਹਿਸੂਸ ਨਹੀਂ ਕੀਤਾ ਹੋਏਗਾ ਕਿ ਕੈਨੇਡਾ ਦੀ ਜਿਹੜੀ ਖੂਬਸੂਰਤੀ ਪੱਤਝੜ ਦੇ ਰੁੱਤ ਦੇ ਵਿੱਚ ਹੈ, ਉਹ ਸ਼ਾਇਦ ਕਦੀ ਵੀ ਨਹੀਂ ਹੁੰਦੀ। ਆਓ ਤੁਹਾਨੂੰ ਬ੍ਰੇਕ ਤੋਂ ਬਾਅਦ ਇਹ ਬੜੇ ਖੂਬਸੂਰਤ ਦ੍ਰਿਸ਼ ਦਿਖਾਵਾਂਗੇ। Tasty. Did you change the recipe? No. The only thing I've changed is the place where I shop. ट्रांसपोर्ट
ਟਰਾਂਸਪੋਰਟ ਦੀ ਦੁਨੀਆ ਦੇ ਵਿੱਚ ਵੱਖਰੀ ਮਿਸਾਲ ਪੈਦਾ ਕੀਤੀ ਹੈ ਚਾਰਜਰ ਲੌਜਿਸਟਿਕ ਨੇ। ਨਵੇਂ ਟਰੱਕ ਅਤੇ ਟ੍ਰੇਲਰ ਨਾਰਥ ਅਮਰੀਕਾ ਵਿੱਚ 18 ਤੋਂ ਵੀ ਵੱਧ ਲੋਕੇਸ਼ਨ ਤੋਂ ਚੱਲਦੇ ਹਨ। ਵਿਦਨ ਕੈਨੇਡਾ ਟੂ USA, ਵਿਦਨ USA ਡੈਡੀਕੇਟ ਲੇਨਸ ਸਾਰਾ ਸਾਲ ਚੱਲਦੀਆਂ ਹਨ। ਮਰਜ਼ੀ ਦੀ ਡਿਸਪੈਚ ਤੇ ਮਰਜ਼ੀ ਦੇ ਮਾਈਲ ਮਿਲਦੇ ਹਨ, ਉਹ ਵੀ ਬੈਸਟ ਰੇਟ ਤੇ। ਇਹਨਾਂ ਵੱਲੋਂ ਡਰਾਈਵਰ ਅਤੇ ਓਨਰ ਆਪਰੇਟਰ ਹਾਇਰ ਕੀਤੇ ਜਾ ਰਹੇ ਹਨ। ਓਨਰ ਆਪਰੇਟਰ ਟਰੱਕਾਂ ਦੀ ਸਰਵਿਸ ਇਹਨਾਂ ਦੇ ਗਰਾਜ ਦੇ ਵਿੱਚ ਹੀ ਕਰਵਾ ਸਕਦੇ ਹਨ। ਵਧੇਰੇ ਜਾਣਕਾਰੀ ਲਈ ਸਕਰੀਨ ਤੇ ਦਿੱਤੇ ਹੋਏ ਨੰਬਰਾਂ ਤੇ ਸੰਪਰਕ ਕਰੋ ਚਾਰਜਰ ਲੌਜਿਸਟਿਕ ਦੇ ਨਾਲ। ਇੰਡੀਅਨ ਪੰਜਾਬੀ ਬਾਜ਼ਾਰ 115 ਫਾਦਰ ਟੋਬਨ ਰੋਡ ਬਰੈਂਪਟਨ ਵਿੱਚ ਭਾਰਤੀ ਗਰੋਸਰੀ ਦਾ ਭੰਡਾਰ ਇੰਡੀਅਨ ਪੰਜਾਬੀ ਬਾਜ਼ਾਰ, ਜਿੱਥੇ ਤਾਜ਼ੇ ਫਲ ਤੇ ਸਬਜ਼ੀਆਂ, ਦਾਲਾਂ, ਮਸਾਲੇ ਤੇ ਆਟਾ, ਗੱਲ ਕੀ ਤੁਹਾਡੀ ਗਰੋਸਰੀ ਦੀਆਂ ਸਾਰੀਆਂ ਲੋੜਾਂ ਪੂਰੀਆਂ ਕੀਤੀਆਂ ਜਾਂਦੀਆਂ ਨੇ। ਤੁਸੀਂ ਉਹਨਾਂ ਦੀ ਮੀਟ ਸ਼ਾਪ ਤੋਂ ਮੱਛੀ, ਚਿਕਨ ਤੇ ਗੋਟ ਮੀਟ ਵੀ ਖਰੀਦ ਸਕਦੇ ਹੋ। ਇੰਨਾ ਹੀ ਨਹੀਂ, ਮਠਿਆਈਆਂ ਤੇ ਟੇਕ ਆਊਟ ਭੋਜਨ ਦਾ ਵੀ ਪ੍ਰਬੰਧ ਹੈ। ਭਾਰਤੀ ਗਰੋਸਰੀ, ਮੀਟ ਅਤੇ ਮਠਿਆਈਆਂ ਲਈ ਸਦਾ ਇੱਕ ਨਾ ਯਾਦ ਰੱਖੋ, ਇੰਡੀਅਨ ਪੰਜਾਬੀ ਬਾਜ਼ਾਰ। ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੋਂ ਆਪ ਸਭ ਦਾ ਸਵਾਗਤ ਹੈ। ਸਾਡੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਜਦੋਂ ਬਹੁਤ ਛੋਟੇ ਸਨ, ਉਦੋਂ ਉਹਨਾਂ ਦੇ ਪਿਤਾ ਪੀਅਰ ਟਰੂਡੋ ਜੋ ਉਸ ਵੇਲੇ ਪ੍ਰਧਾਨ ਮੰਤਰੀ ਸਨ, ਆਪਣੇ ਬੇਟੇ ਨੂੰ ਲੈ ਕੇ ਅਕਸਰ ਪ੍ਰਾਈਮ ਮਿਨਿਸਟਰ ਰੈਜ਼ੀਡੈਂਸ ਦੇ ਵਿੱਚ ਜਾਂ ਆਪਣੇ ਜਿਹੜਾ ਪ੍ਰਾਈਮ ਮਿਨਿਸਟਰ ਦਾ ਦਫ਼ਤਰ ਸੀ ਉੱਥੇ ਲੈ ਕੇ ਉਸ ਨਾਲ ਖੇਡਦੇ ਸੀ, ਆਪਣੇ ਬੱਚੇ ਨੂੰ ਟਾਈਮ ਦਿੰਦੇ ਸੀ। ਪ੍ਰਧਾਨ ਮੰਤਰੀ ਦੀ ਮਾਤਾ ਆਪਾਂ ਸਾਰੇ ਜਾਣਦੇ ਹਾਂ, ਉਹ ਬੜੀ ਦੇਰ ਤੱਕ ਡਰੱਗ ਐਡਿਕਟ ਵੀ ਰਹੀ, ਨਸ਼ੇ ਦੇ ਵਿੱਚ ਰਹੀ। ਉਹ ਬੜਾ ਬਚਪਨ ਜਿਹੜਾ ਉਹਨਾਂ ਦਾ ਇਸ ਗੱਲੋਂ ਖਾਲੀ ਰਿਹਾ, ਲੇਕਿਨ ਪਿਤਾ ਨੇ ਹਮੇਸ਼ਾ ਆਪਣੇ ਬੱਚੇ ਨੂੰ, ਜਸਟਿਨ ਟਰੂਡੋ ਨੂੰ ਸਾਥ ਸਮਾਂ ਦਿੱਤਾ ਔਰ ਆਪਣੇ ਨਾਲ ਰੱਖਿਆ। ਲੇਕਿਨ ਉਸ ਤੋਂ ਵੀ ਕਿਤੇ ਵੱਧ ਜੋ ਕਮੀਆਂ ਜਸਟਿਨ ਟਰੂਡੋ ਨੇ ਆਪਣੇ ਉਸ ਛੋਟੇ ਹੁੰਦਿਆਂ ਦੇਖੀਆਂ, ਪਰਿਵਾਰਕ ਕਲਾ ਦੇਖੀ, ਉਹਨਾਂ ਨੇ ਸੋਚਿਆ ਕਿ ਨਹੀਂ, ਮੈਂ ਆਪਣੇ ਬੱਚਿਆਂ ਨੂੰ ਪੂਰਾ ਸਮਾਂ ਦੇਵਾਂਗਾ, ਆਪਣੇ ਬੱਚਿਆਂ ਦੇ ਨਾਲ ਪੂਰਾ ਉਹ ਇਨਸਾਫ ਕਰਾਂਗਾ ਜੋ ਇੱਕ ਪਿਤਾ ਦੇ ਲਈ ਆਪਣੇ ਬੱਚਿਆਂ ਨੂੰ ਸਮਾਂ ਦੇਣਾ ਜ਼ਰੂਰੀ ਹੈ। ਤੁਸੀਂ ਦੇਖਦੇ ਹੋ ਬੜੇ ਵੱਡੇ ਈਵੈਂਟਸ ਹੋਣ, ਈਵਨ ਕਿ ਜਦੋਂ ਪਿੱਛੇ ਜਿਹੀ ਉਹ ਰਾਣੀ ਐਲਿਜ਼ਬੈਥ ਨੂੰ ਮਿਲਣ ਗਏ ਸੀ ਅਮਰੀਕਾ, ਲੰਡਨ, ਪਹਿਲੀ ਵਾਰੀ ਜਦੋਂ ਚੋਣ ਜਿੱਤੇ ਸੀ, ਪ੍ਰਾਈਮ ਮਿਨਿਸਟਰ ਬਣੇ ਸੀ, ਅਤੇ ਆਪਣੇ 3 ਬੱਚਿਆਂ ਨੂੰ ਨਾਲ ਲੈ ਕੇ ਗਏ ਸੀ ਔਰ ਪਤਨੀ ਵੀ ਨਾਲ ਸੀ। ਇਸੇ ਤਰ੍ਹਾਂ ਹੀ ਕਿਤੇ ਵੀ ਉਹ ਜਾਂਦੇ ਹੈ ਅਤੇ ਆਪਣੇ ਬੱਚਿਆਂ ਨੂੰ ਨਾਲ ਹਮੇਸ਼ਾ ਰੱਖਦੇ ਹੈ। ਛੁੱਟੀਆਂ ਕੱਟਣ ਜਾਣ, ਕਿਤੇ ਵੀ ਜਾਣ, ਬੱਚੇ ਹਮੇਸ਼ਾ ਨਾਲ ਹੁੰਦੇ ਹੈ। ਕਈ ਤਰ੍ਹਾਂ ਦੀਆਂ ਇਸ ਤਰ੍ਹਾਂ ਦੇ ਵੀਡੀਓਜ਼ ਤੁਸੀਂ ਅਕਸਰ ਦੇਖਦੇ ਰਹਿੰਦੇ ਹੋ, ਤਸਵੀਰਾਂ ਛਪਦੀਆਂ ਰਹਿੰਦੀਆਂ। ਇਹ ਪ੍ਰਾਈਮ ਮਿਨਿਸਟਰ ਖੜੇ ਹੈ, ਉਹਨਾਂ ਦੀ ਬੇਟੀ ਕੁਰਸੀ ਤੇ ਬੈਠੀ ਹੈ, ਛੋਟਾ ਬੇਟਾ ਕੁਰਸੀ 'ਤੇ ਉਹਨਾਂ ਦੀ ਥਾਂ 'ਤੇ ਬੈਠਾ ਹੋਇਆ ਹੈ। ਸੋ ਜਿੱਥੇ ਕਿਤੇ ਵੀ ਉਹ ਜਾਂਦੇ ਆ, ਬੱਚਿਆਂ ਨੂੰ ਨਾਲ ਲੈ ਕੇ ਆਮ ਪਿਤਾ ਔਰ ਬੱਚਿਆਂ ਵਾਂਗ ਉਹਨਾਂ ਨਾਲੋਂ ਬਿਹੇਵ ਕਰਦੇ ਆ। ਇਹ ਤਸਵੀਰਾਂ ਬੜੀਆਂ ਦੇਖਣ ਨੂੰ ਅੱਛੀਆਂ ਲੱਗਦੀਆਂ, ਲੇਕਿਨ ਉਹਨਾਂ ਨੇ ਹੁਣ ਇਸ ਫਾਲ ਦੇ ਸੀਜ਼ਨ ਨੂੰ ਵੀ ਪੂਰਾ ਆਨੰਦ ਮਾਣਿਆ ਹੈ ਆਪਣੇ ਬੱਚਿਆਂ ਦੇ ਨਾਲ। ਇਹ ਤਸਵੀਰਾਂ ਵੀ ਬੜੀਆਂ ਵਾਇਰਲ ਹੋ ਰਹੀਆਂ, ਤੁਹਾਨੂੰ ਉਹ ਤਸਵੀਰਾਂ ਦਿਖਾਉਂਦੇ ਹਾਂ, ਤੁਹਾਨੂੰ ਅੱਛਾ ਲੱਗੇਗਾ ਦੇਖ ਕੇ। ਇਹਦੇ ਨਾਲ ਅਸੀਂ ਤੁਹਾਨੂੰ ਕੈਨੇਡਾ ਦਾ ਇੱਕ ਐਸਾ ਰੂਪ ਦਿਖਾਵਾਂਗੇ ਅੱਜ ਜੋ ਸ਼ਾਇਦ ਤੁਸੀਂ ਕਦੇ ਦੇਖਿਆ ਹੋਵੇ। ਸਾਡੇ ਇਸ ਮੁਲਕ ਦੇ ਵਿੱਚ ਜਦੋਂ ਪਤਝੜ ਆਉਂਦੀ ਹੈ, ਪੱਤੇ ਜਦੋਂ ਡਿੱਗਦੇ ਹੈ, ਲੇਕਿਨ ਉਸ ਤੋਂ ਪਹਿਲਾਂ ਉਹ ਆਪਣਾ ਰੰਗ ਬਦਲਦੇ ਹੈ। ਉਹ ਜਿਹੜਾ ਮਨਮੋਹਕ ਨਜ਼ਾਰਾ ਹੈ, ਉਹ ਖੂਬਸੂਰਤ ਨਜ਼ਾਰਾ, ਉਹ ਦੇਖਦੇ ਹੀ ਬਣਦਾ ਹੈ। ਕਈ ਲੋਕ ਤਾਂ ਇੱਧਰ ਨਾਰਥ ਵਾਲੇ ਪਾਸੇ ਸਪੈਸ਼ਲ ਜਾਂਦੇ ਹੈ ਇਹਨਾਂ ਬਦਲਦੇ ਹੋਏ ਪੱਤਿਆਂ ਦੇ ਰੰਗ ਦੇਖਣ ਦੇ ਲਈ। ਆਓ ਤੁਹਾਨੂੰ ਦਿਖਾਈਏ ਕੁਝ ਝਲਕਾਂ ਪ੍ਰਾਈਮ ਮਿਨਿਸਟਰ ਦੇ ਆਪਣੇ ਬੱਚਿਆਂ ਦੇ ਨਾਲ, ਕੁਝ ਦ੍ਰਿਸ਼, ਤੇ ਨਾਲੇ ਕੈਨੇਡਾ ਦੀ ਖੂਬਸੂਰਤ ਪਤਝੜ ਦੀ ਰੁੱਤ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਅਕਸਰ ਹੀ ਆਪਣੇ ਬੱਚਿਆਂ ਦੇ ਨਾਲ ਸੋਸ਼ਲ ਮੀਡੀਆ ਤੇ ਨਜ਼ਰ ਆਉਂਦੇ ਨੇ। ਇਸੇ ਤਰ੍ਹਾਂ ਇਸ ਸਾਲ ਵੀ ਫਾਲ ਸੀਜ਼ਨ ਵਿੱਚ ਉਹ ਆਪਣੇ ਪਰਿਵਾਰ ਨਾਲ ਮौज ਮਸਤੀ ਕਰਦੇ ਨਜ਼ਰ ਆਏ। ਤੁਹਾਡੀ ਜਾਣਕਾਰੀ ਲਈ ਦੱਸ ਦਈਏ ਕਿ ਜਸਟਿਨ ਟਰੂਡੋ ਦੇ ਪਿਤਾ ਪੀਅਰ ਟਰੂਡੋ ਵੀ ਜਸਟਿਨ ਟਰੂਡੋ ਦੇ ਨਾਲ ਇਸੇ ਤਰ੍ਹਾਂ ਘੁੰਮਦੇ ਹੁੰਦੇ ਸੀ।
ਇਹ ਸੀ ਸਾਡੀ ਟੀਮ ਵੱਲੋਂ ਤਿਆਰ ਕੀਤੀ ਗਈ ਪਤਝੜ ਦੀ ਰੁੱਤ ਦੀ ਖਾਸ ਝਲਕ। ਉਮੀਦ ਹੈ ਕਿ ਤੁਹਾਨੂੰ ਇਹ ਸਭ ਕੁਝ ਦੇਖ ਕੇ ਅੱਛਾ ਲੱਗਿਆ ਹੋਵੇਗਾ। ਕੈਨੇਡਾ ਬਹੁਤ ਵੱਡਾ ਮੁਲਕ ਹੈ, ਅਸੀਂ ਸਾਰੇ ਜਾਣਦੇ ਹਾਂ। ਕੈਨੇਡਾ ਦੀ ਜਿਹੜੀ ਧਰਤੀ ਹੈ, ਜੋ ਸਾਡਾ ਰਕਬਾ ਹੈ, ਉਹ ਦੁਨੀਆ ਦੇ ਵਿੱਚ ਦੂਜੇ ਨੰਬਰ 'ਤੇ ਹੈ। ਰਸ਼ੀਆ ਸਭ ਤੋਂ ਵੱਡਾ ਮੁਲਕ ਹੈ ਰਕਬੇ ਦੇ ਹਿਸਾਬ ਨਾਲ, ਪਰ ਕੈਨੇਡਾ ਨੰਬਰ 2 'ਤੇ ਹੈ। ਬੜਾ ਵਿਸ਼ਾਲ, ਬੜਾ ਵੱਡਾ ਸਾਡਾ ਮੁਲਕ ਹੈ। ਇਸ ਦੀ ਹਰ ਖੂਬਸੂਰਤੀ ਦਾ ਆਨੰਦ ਮਾਣੋ। ਗਰਮੀਆਂ ਹੋਣ, ਸਰਦੀਆਂ ਹੋਣ, ਬਰਸਾਤ ਦਾ ਰੁੱਤ ਹੋਵੇ, ਸਮਾਂ ਹੋਵੇ, ਜਾਂ ਸਪਰਿੰਗ ਦਾ ਟਾਈਮ ਹੋਵੇ, ਜਾਂ ਅੱਜ ਕੱਲ੍ਹ ਦਾ ਪਤਝੜ ਦੀ ਰੁੱਤ ਹੋਵੇ, ਇਸ ਨੂੰ ਜ਼ਰੂਰ ਇੰਜੋਏ ਕਰੋ। ਬਾਹਰ ਨਿਕਲੋ ਆਪਣੇ ਸ਼ਹਿਰ ਤੋਂ, ਇਹ ਵਿਸ਼ਾਲ ਧਰਤੀ ਦਾ ਆਨੰਦ ਮਾਣਦੇ ਜਾਓ। ਕਿਸੇ ਵੀ ਹਿੱਸੇ 'ਚ ਜਾਓ, ਤੁਹਾਨੂੰ ਕੈਨੇਡਾ ਦਾ ਵੱਖਰੇ ਤੋਂ ਵੱਖਰਾ ਰੂਪ ਦੇਖਣ ਨੂੰ ਮਿਲਦਾ ਹੈ। ਆਓ ਫਿਰ ਇੱਕ ਬ੍ਰੇਕ ਲਵਾਂਗੇ। ਹੁਣ ਬ੍ਰੇਕ ਤੋਂ ਬਾਅਦ ਤੁਹਾਨੂੰ ਮਿਲਾਵਾਂਗੇ ਹਰੀਸ਼ ਵਰਮਾ ਹੋਰਾਂ ਦੇ ਨਾਲ। ਬੜਾ ਵੱਡਾ ਉਪਰਾਲਾ ਕਰ ਰਹੇ ਨੇ ਇਹ, ਔਰ ਕੈਨੇਡਾ ਇੰਡੀਆ ਫਾਊਂਡੇਸ਼ਨ। ਪਿਛਲਾ ਇਹਨਾਂ ਨੇ ਸੈਮੀਨਾਰ ਕੀਤਾ ਕਿ ਸਾਨੂੰ ਕੀ ਕੁਝ ਖਾਣਾ ਚਾਹੀਦਾ, ਸਾਡਾ ਆਹਾਰ, ਸਾਡਾ ਫੂਡ, ਸਾਡੀ ਡਾਈਟ ਕਿਸ ਤਰ੍ਹਾਂ ਦੀ ਹੋਵੇ। ਬਹੁਤ ਹੀ ਕਾਮਯਾਬ ਇਹਨਾਂ ਦਾ ਉਹ ਪਹਿਲਾ ਸੈਮੀਨਾਰ ਰਿਹਾ। ਉਸ ਦੀ ਕਾਮਯਾਬੀ ਨੂੰ ਦੇਖਦੇ ਹੋਇਆਂ ਹੁਣ ਇੱਕ ਹੋਰ ਸਬਜੈਕਟ ਲੈ ਕੇ ਕੱਲ੍ਹ ਨੂੰ 10 ਵਜੇ ਤੁਹਾਡੀ ਸੇਵਾ 'ਚ ਪੇਸ਼ ਹੋਣਗੇ। ਕੁਝ ਡਾਕਟਰ ਜਿਹੜੇ ਹੈ ਮੰਨੇ ਪ੍ਰਮੰਨੇ ਭਾਰਤ ਤੋਂ ਹੋਣਗੇ ਹਾਜ਼ਰ। 10 ਵਜੇ ਤੋਂ ਲੈ ਕੇ 11 ਵਜੇ ਤੱਕ 1 ਘੰਟੇ ਦਾ ਇਹਨਾਂ ਦਾ ਇਹ ਪ੍ਰੋਗਰਾਮ ਹੈ, ਜਿਸ ਨੂੰ ਅਸੀਂ ਪ੍ਰਵਾਸੀ TV ਉੱਤੇ ਪਿਛਲੀ ਵਾਰ ਵਾਂਗ ਫਿਰ ਤੋਂ ਲਾਈਵ ਦਿਖਾਵਾਂਗੇ। ਇੱਕ ਬ੍ਰੇਕ ਤੋਂ ਬਾਅਦ ਤੁਹਾਨੂੰ ਕੱਲ੍ਹ ਦੇ ਇਸ ਇਵੈਂਟ ਬਾਰੇ ਤੁਹਾਨੂੰ ਜਾਣਕਾਰੀ ਦੇਵਾਂਗੇ। ਹੋਮ ਲਾਈਫ ਲਿਬਰਟੀ ਹੁਣ ਐਂਗਸ ਦੇ ਵਿੱਚ ਖੁੱਲਣ ਜਾ ਰਿਹਾ ਹੈ ਨਵਾਂ ਪਲਾਜ਼ਾ। ਬਰੈਂਪਟਨ ਤੋਂ 45 ਮਿੰਟ ਅਤੇ ਬੈਰੀ ਤੋਂ ਸਿਰਫ 10 ਮਿੰਟ ਦੀ ਦੂਰੀ ਤੇ। ਜੇ ਬਰਾਰ ਬ੍ਰੋਕਰ ਆਫ ਰੈਕਰਡ, ਇਹ ਪਲਾਜ਼ਾ ਅਗਲੇ ਸਾਲ ਸਮਰ ਵਿੱਚ ਬਣ ਕੇ ਤਿਆਰ ਹੋ ਜਾਏਗਾ। ਐਕਸਕਲੂਸਿਵ ਯੂਨਿਟਸ ਅਵੇਲੇਬਲ ਹਨ। ਕਨਵੀਨੀਅੰਸ ਸਟੋਰਸ, ਰੈਸਟੋਰੈਂਟਸ, ਪੀਜ਼ਾ ਸਟੋਰ, ਬਿਊਟੀ ਸੈਲੂਨ ਅਤੇ ਹੋਰ ਬਿਜ਼ਨੈਸਸ। 4163012650 416 301 2650। ਜੋਸ਼ੀ ਲਾਅ ਆਫਿਸ ਇੱਕ ਭਰੋਸੇਯੋਗ ਲਾਅ ਫਰਮ ਜਿੱਥੇ ਤੁਹਾਡੀ ਕਾਨੂੰਨੀ ਹਰੇਕ ਤਰ੍ਹਾਂ ਦੀ ਸਮੱਸਿਆ ਨੂੰ ਦੂਰ ਕੀਤਾ ਜਾਂਦਾ ਹੈ। ਬਿਜ਼ਨਸ ਲਾਅ, ਰੀਅਲ ਏਸਟੇਟ ਲਾਅ, ਇਮੀਗ੍ਰੇਸ਼ਨ, ਨੋਟਰੀ ਪੇਪਰਵਰਕ, ਐਫੀਡੇਵਿਟ ਤੋਂ ਇਲਾਵਾ ਵਸੀਅਤ ਦੇ ਪੇਪਰਾਂ ਦਾ ਕੰਮ ਵੀ ਜੋਸ਼ੀ ਲਾਅ ਆਫਿਸ ਵਿੱਚ ਕੀਤਾ ਜਾਂਦਾ ਹੈ। ਫੋਨ ਨੰਬਰ 416 213 8600 ਅਤੇ ਐਡਰੈਸ 6921 ਸਟੀਲਜ਼ ਐਵੀਨਿਊ ਵੈਸਟ, ਯੂਨਿਟ ਨੰਬਰ 11, ਇਟੋਬੀਕੋ। ਜੋਸ਼ੀ ਲਾਅ ਆਫਿਸ। ਫਿਲਮ ਐਕਟਰਸ ਦੀ ਜ਼ਿੰਦਗੀ ਬਹੁਤ ਐਕਸਾਈਟਿੰਗ ਹੁੰਦੀ ਹੈ। ਅੱਜ ਕੈਨੇਡਾ, ਕੱਲ ਬੰਬੇ ਤੇ ਪਰਸੋਂ ਪੰਜਾਬ। ਇਸ ਭੱਜ-ਦੌੜ ਦੇ ਵਿੱਚ ਆਪਣੇ ਫੈਨਸ ਨੂੰ ਮਿਲਣਾ, ਫੈਮਿਲੀ ਲਈ ਟਾਈਮ ਕੱਢਣਾ ਤੇ ਫਿਰ ਆਪਣੇ ਸਾਰੇ ਪੇਪਰਵਰਕ ਨੂੰ ਅਪ ਟੂ ਡੇਟ ਰੱਖਣਾ ਕਈ ਵਾਰ ਔਖਾ ਹੋ ਜਾਂਦਾ ਹੈ। ਪਰ ਸ਼ੁਕਰ ਹੈ ਮੇਰੇ ਨਾਲ ਨੇ ਜਗਮੋਹਨ ਨੰਦਾ ਜੀ ਤੇ ਉਹਨਾਂ ਦੀ ਟੀਮ, ਨੰਦਾ ਐਂਡ ਐਸੋਸੀਏਟ ਲਾਇਰਸ, ਮੇਰੇ ਸਾਰੇ ਲੀਗਲ ਕੰਮਾਂ ਲਈ। ਤੁਹਾਡੇ ਨਾਲ ਹਮੇਸ਼ਾ। मीठा कोई कहे नमकीन, एक बात तो पक्की है कि सब है इसके शौकीन। ये है राजधानी, राजधानी, राजधानी। राजधानी स्वीट्स एंड रेस्टोरेंट के प्योर वेजिटेरियन लजीज खाने, जिसके स्वाद के सभी हैं दीवाने। फैमिली और फ्रेंड्स के साथ आकर खाइए या फिर केटरिंग करवाइए। मिठाइयाँ ऐसी कि मजा आ जाए। ये है राजधानी, राजधानी, राजधानी। 4 locations in GTA. For info visit rajdanisweets.ca. ਸਕਾਈਡੋਮ ਆਟੋ ਬਾਡੀ ਸੈਂਟਰ, ਜਿਨ੍ਹਾਂ ਵੱਲੋਂ ਗੱਡੀਆਂ ਦਾ ਬਾਡੀ ਵਰਕ, ਮਕੈਨੀਕਲ ਵਰਕ ਦੇ ਨਾਲ AC ਮਫਲਰ ਤੇ ਐਗਜ਼ੌਸਟ ਦਾ ਕੰਮ ਵੀ ਕਰਾ ਸਕਦੇ ਹੋ। ਗੱਡੀਆਂ ਦੀ ਅਲਾਈਨਮੈਂਟ, ਐਮਿਸ਼ਨ ਟੈਸਟ, ਨਵੇਂ ਅਤੇ ਪੁਰਾਣੇ ਟਾਇਰ ਵੀ ਪਵਾ ਸਕਦੇ ਹੋ। ਇਹਨਾਂ ਵੱਲੋਂ ਟਰੱਕਸ ਦਾ ਬਾਡੀ ਵਰਕ ਵੀ ਕੀਤਾ ਜਾਂਦਾ ਹੈ। ਇਹ ਸਾਰੀਆਂ ਹੀ ਇੰਸ਼ੋਰੈਂਸ ਕੰਪਨੀਆਂ ਨਾਲ ਖੁਦ ਹੀ ਡੀਲ ਕਰਦੇ ਹਨ। ਵਧੇਰੇ ਜਾਣਕਾਰੀ ਲਈ ਸੰਪਰਕ ਕਰੋ 9058749878। ਸਕਾਈਡੋਮ ਆਟੋ ਬਾਡੀ ਸੈਂਟਰ। ਵਰਲਡ ਕਲਾਸ ਬ੍ਰਾਂਡ ਦੇ ਮੁਕਾਬਲੇ ਦਾ ਮੈਨ ਪੀਅਰ ਦਾ ਸਟੋਰ ਹੁਣ ਮਿਸਾਗਾ ਵਿੱਚ ਡਿਕਸੀ ਤੇ ਮਾਇਰ ਸਾਈਡ ਦੇ ਇੰਟਰਸੈਕਸ਼ਨ ਤੇ ਪੀਅਰ ਐਂਡ ਮਕੇ। ਕੁਆਲਿਟੀ, ਫਿਟਿੰਗ ਤੇ ਵੈਲਿਊ ਦਾ ਦੂਸਰਾ ਨਾਮ ਹੈ ਪੀਅਰ ਐਂਡ ਮਕੇ। 100% ਇਟਾਲੀਅਨ ਵੂਲ ਸੂਟ, ਇਜਿਪਸ਼ੀਅਨ ਕਾਟਨ ਸ਼ਰਟ, ਇਟਾਲੀਅਨ ਵੂਲ ਟਰਾਊਜ਼ਰ, ਕੈਸ਼ਮੀਰ ਵੂਲ ਓਵਰਕੋਟ, ਵਿੰਟਰ ਕਲੋਥ ਦੀ ਨਵੀਂ ਸ਼ਿਪਮੈਂਟ ਹੁਣ ਪਹੁੰਚ ਚੁੱਕੀ ਹੈ। ਵਿਜ਼ਿਟ spearandmckay.com or call 9056703388. We follow all COVID-19 instructions. ਬ੍ਰੇਕ ਤੋਂ ਬਾਅਦ ਆਪ ਸਭ ਦਾ ਸਵਾਗਤ ਹੈ। ਇਹ ਟੈਕਨੋਲੋਜੀ ਦਾ ਯੁੱਗ ਹੈ
ਔਰ ਇਸ ਟੈਕਨੋਲੋਜੀ ਦੇ ਯੁੱਗ ਦੇ ਵਿੱਚ ਅਸੀਂ ਵੀ ਸਮੇਂ ਦੇ ਹਾਣੀ ਬਣਦਿਆਂ ਹੋਇਆਂ ਤੁਹਾਡੇ ਲਈ ਨਵੀਂ ਤੋਂ ਨਵੇਂ ਤਰੀਕੇ ਦੇ ਨਾਲ ਮਹਿਮਾਨਾਂ ਨੂੰ ਪੇਸ਼ ਕਰ ਰਹੇ ਹਾਂ, ਖਬਰਾਂ ਪੇਸ਼ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਮੈਂ ਤੁਹਾਨੂੰ ਦੱਸਿਆ ਸੀ ਪ੍ਰੋਗਰਾਮ ਦੀ ਸ਼ੁਰੂਆਤ ਦੇ ਵਿੱਚ ਕਿ ਅਸੀਂ ਅਮਰੀਕਾ ਤੋਂ ਇੱਕ ਸਪੈਸ਼ਲ ਯੰਤਰ ਮੰਗਵਾਇਆ ਹੈ ਜਿਹਦੇ ਨਾਲ ਅਸੀਂ ਹੁਣ ਲਾਈਵ ਔਨ ਲੋਕੇਸ਼ਨ ਸ਼ੋਅ ਕਰਿਆ ਕਰਾਂਗੇ। ਸਾਡਾ ਜਿਹੜਾ ਐਤਵਾਰ ਦਾ 11 ਤੋਂ 12 ਦਾ ਮਾਰਨਿੰਗ ਦਾ ਰੇਡੀਓ ਸ਼ੋਅ ਹੋਇਆ ਕਰੇਗਾ, ਉਹ ਲਾਈਵ ਔਨ ਲੋਕੇਸ਼ਨ ਅਸੀਂ ਰੇਡੀਓ 'ਤੇ ਵੀ ਕਰਾਂਗੇ, ਉਸ ਨੂੰ ਅਸੀਂ ਟੀਵੀ ਰਾਹੀਂ ਵੀ ਪ੍ਰਸਾਰਿਤ ਕਰਾਂਗੇ। ਸਾਡੀ ਟੀਮ ਤੁਹਾਡੇ ਉਸੇ ਹੀ ਮੁਕਾਮ 'ਤੇ ਪਹੁੰਚੇਗੀ, ਤੁਹਾਡੀ ਲੋਕੇਸ਼ਨ 'ਤੇ ਪਹੁੰਚੇਗੀ। ਤੁਹਾਡਾ ਕੋਈ ਵੀ ਬਿਜ਼ਨਸ, ਤੁਹਾਡਾ ਕੋਈ ਵੀ ਪ੍ਰੋਡਕਟ ਅਸੀਂ ਉਸ ਨੂੰ ਪੂਰੀ ਤਰ੍ਹਾਂ ਨਾਲ ਪ੍ਰਮੋਟ ਕਰਾਂਗੇ। ਇਹ ਸਾਡਾ ਤੁਹਾਡੇ ਨਾਲ ਵਾਅਦਾ ਹੈ। ਤੋ ਇਸੇ ਤਰ੍ਹਾਂ ਹੀ ਅੱਜ ਇੱਕ ਅਸੀਂ ਨਵਾਂ ਐਕਸਪੈਰੀਮੈਂਟ ਕਰਨ ਲੱਗੇ ਹਾਂ। ਹੁਣ ਸਾਡੇ ਨਾਲ ਅਮਰੀਕਾ ਤੋਂ, ਇੰਡੀਆ ਤੋਂ, ਵੱਖ-ਵੱਖ ਥਾਵਾਂ ਤੋਂ ਮਹਿਮਾਨ ਸਕਾਈਪ ਰਾਹੀਂ, ਵੀਡੀਓ ਰਾਹੀਂ ਵੀ ਜੁੜਿਆ ਕਰਨਗੇ। ਤੋ ਅੱਜ ਮੈਂ ਪੇਸ਼ ਕਰ ਰਹੇ ਹਾਂ ਹਰੀਸ਼ ਵਰਮਾ ਸਾਹਿਬ ਨੂੰ। ਮੰਨੇ ਪ੍ਰਮੰਨੇ ਆਯੁਰਵੈਦ ਨੇ ਔਰ ਉਹਨਾਂ ਦੀ ਇੱਕ ਐਸੋਸੀਏਸ਼ਨ ਹੈ ਬਣੀ ਹੈ ਇੱਥੇ ਨਵੀਂ, ਆਯੁਰਵੈਦਿਕ ਐਸੋਸੀਏਸ਼ਨ, ਪ੍ਰੈਕਟੀਸ਼ਨਰ ਐਸੋਸੀਏਸ਼ਨ ਆਫ ਕੈਨੇਡਾ। ਤੋ ਪਿਛਲੇ ਹਫਤੇ 2 ਹਫ਼ਤੇ ਪਹਿਲਾਂ ਇਹਨਾਂ ਨੇ ਬੜਾ ਸ਼ਾਨਦਾਰ ਇੱਕ ਸਮਾਗਮ ਕੀਤਾ ਸੀ, ਜਦੋਂ ਡਾਕਟਰ ਬਘੇਲ ਨੇ ਆ ਕੇ ਅੱਧੇ ਘੰਟੇ ਦੇ ਆਪਣੇ ਉਸ ਲੈਕਚਰ ਦੇ ਵਿੱਚ ਬਹੁਤ ਵਧੀਆ ਜਾਣਕਾਰੀ ਦਿੱਤੀ ਸੀ ਆਹਾਰ ਬਾਰੇ। ਸਾਨੂੰ ਕਿਹੜੀ ਰੁੱਤ ਵਿੱਚ ਕਿਹੜਾ ਫਲ, ਕਿਹੜੀ ਸਬਜ਼ੀ, ਦਿਨ ਦੇ ਵਿੱਚ ਵੀ ਸਵੇਰ ਤੋਂ ਰਾਤ ਤੱਕ ਕਿਸ ਤਰ੍ਹਾਂ ਦਾ ਫੂਡ ਖਾਣਾ ਚਾਹੀਦਾ, ਸਾਡੇ ਸੁਭਾਅ ਮੁਤਾਬਕ, ਸਾਡੀ ਬਾਡੀ ਦੇ ਸਟਰਕਚਰ ਮੁਤਾਬਕ ਸਾਨੂੰ ਫੂਡ ਲੈਣਾ ਚਾਹੀਦਾ। ਤੋ ਕਈ ਵਾਰੀ ਉਹ ਗੱਲਾਂ ਜਿਨ੍ਹਾਂ ਨੂੰ ਅਸੀਂ ਅਣਗੌਲਿਆਂ ਕਰ ਦਿੰਦੇ ਹਾਂ ਜਾਂ ਸਾਨੂੰ ਜਾਣਕਾਰੀ ਨਹੀਂ ਹੁੰਦੀ, ਸਾਨੂੰ ਬੜੇ ਸੌਖਿਆਂ ਪਤਾ ਲੱਗੇ ਤੇ ਹੈਰਾਨ ਹੋ ਜਾਈਦਾ ਕਿ ਇਹ ਗੱਲਾਂ ਸਾਨੂੰ ਪਤਾ ਕਿਉਂ ਨਹੀਂ ਸੀ। ਤੋ ਜਿਉਂ-ਜਿਉਂ ਥੋੜ੍ਹਾ ਜਿਹਾ ਕੋਵਿਡ-19 ਦਾ ਇਹ ਸਮਾਂ ਜਿਹੜਾ ਹੈ ਬਹੁਤ ਜ਼ਿਆਦਾ ਚਿੰਤਾ ਵਾਲਾ ਬਣਦਾ ਜਾ ਰਿਹਾ ਹੈ, ਤਿਉਂ-ਤਿਉਂ ਸਾਨੂੰ ਆਪਣੇ ਸਰੀਰ ਬਾਰੇ, ਆਪਣੀ ਸਿਹਤ ਬਾਰੇ ਹੁਣ ਜ਼ਿਆਦਾ ਚਿੰਤਾ ਹੋ ਰਹੀ ਹੈ। ਲੋਕਾਂ 'ਚ ਜ਼ਿਆਦਾ ਜਾਗਰਤੀ ਆ ਰਹੀ ਹੈ ਆਪਣੀ ਸਿਹਤ ਨੂੰ ਲੈ ਕੇ, ਹੈਲਥ ਨੂੰ ਲੈ ਕੇ। ਆਓ ਗੱਲਬਾਤ ਕਰਾਈਏ ਤੁਹਾਡੀ ਹਰੀਸ਼ ਵਰਮਾ ਸਾਹਿਬ ਦੇ ਨਾਲ। ਵਰਮਾ ਸਾਹਿਬ, ਤੁਹਾਡਾ ਸਵਾਗਤ ਕਰਦੇ ਹਾਂ ਜੀ। ਥੈਂਕ ਯੂ ਰਜਿੰਦਰ ਜੀ, ਔਰ ਪ੍ਰਵਾਸੀ ਰੇਡੀਓ, ਪ੍ਰਵਾਸੀ ਟੀਵੀ ਦੇ ਸਾਰੇ ਸਰੋਤਿਆਂ ਨੂੰ, ਦਰਸ਼ਕਾਂ ਨੂੰ ਨਮਸਕਾਰ। ਪਹਿਲਾਂ ਤੁਹਾਨੂੰ ਅਸੀਂ ਵਧਾਈ ਦਈਏ ਜੀ, ਤੁਸੀਂ ਸਾਡੇ ਪਹਿਲੇ ਮਹਿਮਾਨ ਹੋ ਜਿਹਨਾਂ ਨਾਲ ਅਸੀਂ ਸਕਾਈਪ ਤੇ ਗੱਲ ਕਰ ਰਹੇ ਹਾਂ ਔਰ ਬੜਾ ਅੱਛਾ ਲੱਗ ਰਿਹਾ ਤੁਹਾਨੂੰ ਮੈਨੂੰ ਸਾਹਮਣੇ ਦੇਖਦਿਆਂ ਹੋਇਆਂ। ਚਲੋ ਥੈਂਕ ਯੂ ਜੀ, ਥੈਂਕ ਯੂ। ਮੇਰਾ ਵੀ ਪ੍ਰਵਾਸੀ ਨਾਲ ਪਹਿਲਾ ਐਕਸਪੀਰੀਅੰਸ ਹੈ। ਚਲੋ ਜੀ, ਬਹੁਤ ਬਹੁਤ ਸ਼ੁਕਰੀਆ। ਔਰ ਬੜਾ ਟੈਕਨੋਲੋਜੀ ਦਾ ਤੁਸੀਂ ਯੂਜ਼ ਕਰਦੇ ਹੋ ਜੀ, ਉਹਦੇ ਲਈ ਨਹੀਂ ਅੱਛਾ ਲੱਗ ਰਿਹਾ ਜੀ। ਔਰ ਇਹ ਮੈਨੂੰ ਲੱਗ ਰਿਹਾ ਕਿ ਬੜਾ ਅੱਛਾ ਕਾਮਯਾਬ ਹੋਏਗਾ। ਮੈਂ ਅੱਜ ਕੋਸ਼ਿਸ਼ ਕਰ ਰਿਹਾ ਸੀਗਾ ਕਿ ਹੋਰ ਵੀ ਮਹਿਮਾਨਾਂ ਨਾਲ ਗੱਲਬਾਤ ਕੀਤੀ ਜਾਵੇ, ਪਰ ਮੈਂ ਸੋਚਿਆ ਕਿ ਪਹਿਲਾਂ ਲੈਟ ਅਸ ਹੈਵ ਏ ਟਰਾਇਲ। ਉਹ ਟਰਾਇਲ ਸਾਡਾ ਕਾਮਯਾਬ ਰਿਹਾ ਹੈ। ਉਮੀਦ ਕਰਾਂਗੇ ਅਗਲੇ ਹਫਤੇ ਤੋਂ ਅਸੀਂ ਇਸ ਤਰ੍ਹਾਂ ਹੋਰ ਵੱਡੀਆਂ ਪਰਸਨੈਲਿਟੀਜ਼ ਨੂੰ ਵੀ ਤੁਹਾਡੇ ਵਾਂਗ ਉਹਨਾਂ ਨੂੰ ਵੀ ਇੰਟਰੋਡਿਊਸ ਕਰਿਆ ਕਰਾਂਗੇ। ਆਓ ਫਿਰ ਗੱਲ ਕਰੀਏ। ਪਹਿਲਾਂ ਤੁਹਾਨੂੰ ਵਧਾਈ ਦੇਣਾ ਚਾਹਾਂਗੇ, ਤੁਹਾਡਾ ਪਿਛਲਾ ਸੈਮੀਨਾਰ ਜਿਹੜਾ ਸੀਗਾ ਬਹੁਤ ਕਾਮਯਾਬ ਰਿਹਾ। ਮੈਂ ਚਾਹਾਂਗਾ ਕਿ ਤੁਸੀਂ ਵੀ ਆਪਣੇ ਵੱਲੋਂ 2 ਸ਼ਬਦ ਸਾਡੇ ਲਿਸਨਰ ਨੂੰ, ਸਾਡੇ ਜਿਹੜੇ ਜਿੰਨੇ ਵੀ ਵਿਊਅਰ ਸੀਗੇ, ਕਿਉਂਕਿ ਅਸੀਂ ਲਾਈਵ ਰੇਡੀਓ 'ਤੇ ਵੀ ਦਿਖਾਇਆ ਸੀਗਾ ਔਰ ਲਾਈਵ ਅਸੀਂ ਟੀਵੀ 'ਤੇ ਵੀ ਉਸ ਨੂੰ ਪੇਸ਼ ਕੀਤਾ ਸੀ। ਔਰ ਮੈਨੂੰ ਬੜੀ ਮੰਗ ਆ ਰਹੀ ਹੈ ਸਾਰਿਆਂ ਦੀ ਕਿ ਉਹ ਜਿਹੜਾ ਡਾਕਟਰ ਬਘੇਲ ਦਾ ਹਾਫ ਐਨ ਆਵਰ ਦਾ ਉਹਨਾਂ ਦਾ ਜਿਹੜਾ ਲੈਕਚਰ ਸੀ ਉਸ ਨੂੰ ਤੁਸੀਂ ਆਪਣੀ ਵੈਬਸਾਈਟ 'ਤੇ ਪਾਓ। ਉਹ ਵੀ ਅਸੀਂ ਪਾਉਣ ਜਾ ਰਹੇ ਹਾਂ, ਪਰ ਤੁਸੀਂ ਆਪਣੇ ਵੱਲੋਂ 2 ਸ਼ਬਦ ਪਿਛਲੇ ਸੈਮੀਨਾਰ ਪਹਿਲਾਂ। ਜੀ ਰਜਿੰਦਰ ਜੀ, ਅਸੀਂ ਕੈਨੇਡੀਅਨ ਆਯੁਰਵੈਦਿਕ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਔਰ ਕੈਨੇਡਾ ਇੰਡੀਆ ਫਾਊਂਡੇਸ਼ਨ, ਇਹਨਾਂ ਨਾਲ ਮਿਲ ਕੇ ਅਸੀਂ ਇਹ ਪ੍ਰੋਗਰਾਮ ਸ਼ੁਰੂ ਕੀਤਾ ਔਰ ਇਹ 'ਚ ਕੌਂਸਲੇਟ ਜਨਰਲ ਆਫ ਇੰਡੀਆ ਦਾ ਵੀ ਸਾਨੂੰ ਸਹਿਯੋਗ ਮਿਲਿਆ। ਔਰ ਇਸ ਪ੍ਰੋਗਰਾਮ ਦੇ ਅੰਡਰ ਅਸੀਂ 1 ਸਾਲ ਲਗਾਤਾਰ ਆਯੁਰਵੇਦ ਦੇ ਜਿੰਨੇ ਐਕਸਪਰਟ ਨੇ ਇੰਡੀਆ ਤੋਂ, ਉਹ ਸਾਰਿਆਂ ਨੂੰ ਇਨਵਾਈਟ ਕਰਨਾ। ਜਿਹੜੇ ਬੈਸਟ ਐਕਸਪਰਟ ਨੇ ਉਹ ਆ ਕੇ ਇਹਦੇ 'ਚ ਅਲੱਗ-ਅਲੱਗ ਸਬਜੈਕਟ ਤੇ ਲੈਕਚਰ ਦਿਆ ਕਰਨਗੇ ਔਰ ਜਿੰਨੇ ਵੀ ਆਪਣੇ ਦਰਸ਼ਕ ਹੋਣਗੇ ਪ੍ਰਵਾਸੀ ਟੀਵੀ ਦੇ ਉੱਪਰ, ਸਾਰਿਆਂ ਨੂੰ ਜਾਗਰੂਕ ਕਰਾਂਗੇ ਆਯੁਰਵੇਦਾ ਬਾਰੇ। ਅਸੀਂ ਆਯੁਰਵੇਦਾ ਦੀ ਅਵੇਅਰਨੈਸ ਕ੍ਰੀਏਟ ਕਰ ਰਹੇ ਹਾਂ। ਅੱਛਾ, ਜਿਹੜਾ ਹੁਣ ਤੁਹਾਡਾ ਬਹੁਤ ਸਾਰੀਆਂ ਬਿਮਾਰੀਆਂ ਐਸੀਆਂ ਨੇ ਜਿਨ੍ਹਾਂ ਦਾ ਇਲਾਜ ਐਲੋਪੈਥਿਕ ਸਿਸਟਮ ਦੇ ਵਿੱਚ ਸਕਸੈਸਫੁਲ ਨਹੀਂ ਹੈ ਔਰ ਬਹੁਤ ਲੋਕ ਪਰੇਸ਼ਾਨ ਨੇ, ਔਰ ਆਯੁਰਵੇਦ ਵਿੱਚ ਬੜੀਆਂ ਸਿੰਪਲ ਚੀਜ਼ਾਂ ਨਾਲ ਉਹਨਾਂ ਦੇ ਇਲਾਜ ਉਪਲਬਧ ਨੇ। ਸਾਰੀ ਜਾਣਕਾਰੀ ਐਕਸਪਰਟਸ ਆ ਕੇ ਆਪਣੇ ਪ੍ਰੋਗਰਾਮ ਦੇ ਵਿੱਚ ਦਿਆ ਕਰਨ। ਠੀਕ ਹੈ ਜੀ। ਉਸੇ ਲੜੀ ਦੇ ਵਿੱਚ ਜਿਹੜਾ ਹੁਣ ਕੱਲ੍ਹ ਦਾ ਪ੍ਰੋਗਰਾਮ ਹੈ ਉਹਦੇ ਵਿੱਚ ਅਸੀਂ ਆਰਥਰਾਈਟਿਸ ਰੋਗ, ਯਾਨੀ ਜੋੜਾਂ ਦੇ ਦਰਦ, ਅਲੱਗ-ਅਲੱਗ ਤਰ੍ਹਾਂ ਦੇ ਜੋੜਾਂ ਦੇ ਦਰਦ, ਉਹਨਾਂ ਬਾਰੇ ਕੱਲ ਕੰਪਲੀਟ 1 ਘੰਟਾ ਲਗਾਤਾਰ ਇਹਦੀ ਜਾਣਕਾਰੀ ਦੇਣੀ ਹੈ। ਉਹਨਾਂ ਦੇ ਦਰਦ ਜਿਵੇਂ ਗਠੀਆ ਰੋਗ ਹੁੰਦਾ ਹੈ ਜਿਹਨੂੰ ਰੋਮੇਟਾਇਡ ਆਰਥਰਾਈਟਿਸ ਕਹਿੰਦੇ ਹੈ, ਜਿਹਦੇ ਵਿੱਚ ਮਾਰਨਿੰਗ ਸਟਿਫਨੈਸ 1 ਘੰਟੇ ਤੋਂ ਜ਼ਿਆਦਾ ਹੁੰਦੀ ਹੈ। ਦੂਸਰੇ ਤਰ੍ਹਾਂ ਦਾ ਦਰਦ
ਓਸਟੀਓਆਰਥਰਾਈਟਿਸ ਹੋ ਜਾਂਦਾ, ਜਿਹਦੇ 50-60 ਸਾਲ ਦੀ ਉਮਰ ਤੋਂ ਬਾਅਦ ਆਮ ਤੌਰ ਤੇ ਗੋਡਿਆਂ 'ਚ ਦੇਖਣ ਨੂੰ ਮਿਲਦਾ ਹੈ। ਜਾਂ ਫਿਰ ਇੱਕ ਦਰਦ ਹੁੰਦਾ ਹੈ ਗਾਊਟੀ ਆਰਥਰਾਈਟਿਸ, ਜਿਹਦੇ ਵਿੱਚ ਪੇਸ਼ੈਂਟ ਦੇ ਬਲੱਡ ਦੇ ਵਿੱਚ ਜ਼ਿਆਦਾ ਪ੍ਰੋਟੀਨ ਖਾਣ ਨਾਲ ਜਾਂ ਜ਼ਿਆਦਾ ਐਲਕੋਹਲ ਕੰਜ਼ਿਊਮ ਕਰਨ ਨਾਲ ਯੂਰਿਕ ਐਸਿਡ ਵੱਧ ਜਾਂਦਾ ਹੈ। ਇਹ ਤਿੰਨਾਂ ਬਿਮਾਰੀਆਂ ਦੀ ਕੰਪਲੀਟ ਜਾਣਕਾਰੀ ਔਰ ਘਰ ਦੇ ਵਿੱਚ ਕਿਚਨ ਦੇ ਕਿਹੜੀਆਂ ਚੀਜ਼ਾਂ ਅਵੇਲੇਬਲ ਨੇ ਜਿਨ੍ਹਾਂ ਦੇ ਵਰਤ ਕੇ ਮਰੀਜ਼ ਆਪਣੇ ਆਪ ਨੂੰ ਸਿਹਤਮੰਦ ਕਰ ਸਕਦੇ ਹੈ, ਇਹ ਸਾਰੀ ਕੰਪਲੀਟ ਜਾਣਕਾਰੀ ਕੱਲ 1 ਘੰਟੇ ਲੈਕਚਰ ਦੇ ਵਿੱਚ ਅਸੀਂ ਦਵਾਂਗੇ। ਅੱਛਾ, ਜਿਹੜੇ ਲੋਕ ਜਿਹੜੇ ਪੇਸ਼ੈਂਟਸ ਜਾਂ ਜਿਹੜੇ ਲੋਕ ਇਹਨੂੰ ਜਾਣਨਾ ਚਾਹੁੰਦੇ ਨੇ ਉਹ ਜ਼ੂਮ ਦੇ ਉੱਪਰ ਲਾਈਵ ਲੌਗਇਨ ਕਰ ਸਕਦੇ। ਕੈਨੇਡਾ ਇੰਡੀਆ ਫਾਊਂਡੇਸ਼ਨ ਦੀ ਵੈਬਸਾਈਟ ਹੈ canadaindiafoundation.com ਤੇ ਲਿੰਕ ਹੈ ਰਜਿਸਟ੍ਰੇਸ਼ਨ, ਉਹਨੂੰ ਕਲਿੱਕ ਕਰੋ। ਸਪੀਕਰ ਸੀਰੀਜ਼ ਦੇ ਵਿੱਚ ਜਾ ਕੇ ਉੱਤੇ ਰਜਿਸਟਰ ਕਰੋ, ਨਾਲ ਦੀ ਨਾਲ ਉਹਨਾਂ ਨੂੰ ਈਮੇਲ ਆ ਜਾਏਗੀ, ਉਹ ਈਮੇਲ ਦੇ ਰਾਹੀਂ ਉਹ ਆਪਣਾ ਜ਼ੂਮ ਦੇ ਉੱਪਰ ਲਾਈਵ ਐਂਟਰ ਕਰ ਸਕਦੇ ਨੇ ਜੀ। ਉਹਨਾਂ ਦੇ ਜਿਹੜੇ ਵੀ ਸਵਾਲ ਹੋਣਗੇ ਉਹਨਾਂ ਦੇ ਸਾਰੇ ਤੇ ਜਾਣਗੇ ਔਰ ਫਿਰ ਇਹਨੂੰ ਨਾਲ ਦੀ ਨਾਲ ਫੇਸਬੁੱਕ ਤੇ ਵੀ ਦੇਖਿਆ ਜਾ ਸਕਦਾ ਹੈ। Facebook/Canada India Foundation ਉਹਨਾਂ ਜਿਹੜੀ ਫੇਸਬੁੱਕ ਦੀ ਜਿਹੜੀ ਪੇਜ ਹੈ ਉਹਦੇ ਉੱਪਰ ਲਾਈਵ ਹੋਏਗਾ। ਇਸ ਤੋਂ ਇਲਾਵਾ ਫਿਰ ਬਾਅਦ ਦੇ ਵਿੱਚ ਇਹਨੂੰ YouTube ਤੇ ਵੀ ਪਾ ਦੇਣਾ। ਸੋ ਇਹ ਜਾਣਕਾਰੀ 1 ਸਾਲ ਲਗਾਤਾਰ ਅਸੀਂ ਆਯੁਰਵੇਦਾ ਤੇ ਅਵੇਅਰਨੈਸ ਸਾਡਾ ਜਿਹੜਾ ਮੇਨ ਆਬਜੈਕਟਿਵ ਹੈ ਉਹ ਇਹ ਹੈ ਕਿ ਅਸੀਂ ਲੋਕਾਂ ਨੂੰ ਦੱਸੀਏ ਵੀ ਆਯੁਰਵੈਦਿਕ ਸਿਸਟਮ ਜਿਹੜਾ ਹੈ ਉਹ ਕਿੰਨਾ ਚੰਗਾ ਹੈ ਔਰ ਇਹ ਬਕਾਇਦਾ ਇੰਡੀਆ ਦੇ ਵਿੱਚ ਇਹਦੀ 5 ਸਾਲ ਦਾ ਇਹਦਾ ਕੋਰਸ ਹੁੰਦਾ BMS ਦਾ, ਔਰ 2 ਸਾਲ 3 ਸਾਲ ਦੀ MD ਹੁੰਦੀ ਹੈ, ਫਿਰ 3 ਸਾਲ ਦੀ PhD ਹੁੰਦੀ ਹੈ। ਔਰ ਇਹ ਸਾਰਾ ਪ੍ਰੋਗਰਾਮ ਅਸੀਂ ਦੱਸਣਾ ਚਾਹੁੰਦੇ ਹਾਂ ਲੋਕ, ਕਿਉਂਕਿ ਸਾਡਾ ਆਬਜੈਕਟਿਵ ਲੌਂਗ ਟਰਮ ਆਬਜੈਕਟਿਵ ਹੈ ਵੀ ਕੈਨੇਡਾ ਦੇ ਵਿੱਚ ਚਾਈਨੀਜ਼ ਸਿਸਟਮ ਆਫ ਮੈਡੀਸਨ ਔਰ ਹੋਮਿਓਪੈਥਿਕ ਸਿਸਟਮ ਆਫ ਮੈਡੀਸਨ ਨੂੰ ਟੈਰੀਓ ਗਵਰਨਮੈਂਟ ਨੇ ਰੈਗੂਲੇਟ ਕੀਤਾ, ਉਸ ਤਰ੍ਹਾਂ ਉਹ ਆਯੁਰਵੈਦਿਕ ਸਿਸਟਮ ਨੂੰ ਵੀ ਰੈਗੂਲੇਟ ਕਰਨ, ਜਿਹਦੇ ਨਾਲ ਇੰਸ਼ੋਰੈਂਸ ਕੰਪਨੀਆਂ ਨੂੰ ਕਵਰ ਕਰਨ ਔਰ ਲੋਕਾਂ ਨੂੰ ਫਾਇਦਾ ਹੋ। ਠੀਕ ਹੈ, ਕਿਉਂਕਿ ਉਹਨਾਂ ਇੰਸ਼ੋਰੈਂਸ ਕੰਪਨੀਆਂ ਕਵਰ ਨਹੀਂ ਕਰ ਰਹੀਆਂ ਕਰਕੇ ਪੇਸ਼ੈਂਟਸ ਦਾ ਲਾਭ ਨਹੀਂ ਲੈ ਸਕਦੇ, ਕਿਉਂਕਿ ਜੇਬ ਦੇ ਵਿੱਚੋਂ ਪੈਸੇ ਦੇਣੇ ਪੈਂਦੇ ਨੇ। ਜੇ ਇੰਸ਼ੋਰੈਂਸ ਕੰਪਨੀਆਂ ਨੂੰ ਕਵਰ ਕਰਨ ਲੱਗ ਜਾਣਗੀਆਂ, ਜਿਵੇਂ ਚਾਈਨੀਜ਼ ਨੂੰ ਨੈਚੁਰੋਪੈਥੀ ਨੂੰ ਜਾਂ ਹੋਮਿਓਪੈਥੀ ਨੂੰ ਕਰਦੇ ਆ, ਉਹਦੇ ਨਾਲ ਲੋਕਾਂ ਨੂੰ ਬੜੀ ਸਹੂਲਤ ਹੋ ਜਾਏਗੀ। ਠੀਕ ਹੈ। ਅੱਛਾ, ਮੇਰਾ ਵੈਸੇ ਤਾਂ ਕੱਲ ਤੁਸੀਂ ਕਾਫੀ ਕੁਝ ਦੱਸਣਾ ਹੈ, ਕਾਫੀ ਡਿਟੇਲ 'ਚ ਜਾਣਕਾਰੀ ਦੇਣੀ ਹੈ। ਮੋਟੇ ਤੌਰ ਦੇ ਉੱਤੇ ਜਿਹੜਾ ਹੁਣ ਸਰਦੀਆਂ ਦਾ ਸਮਾਂ ਆਉਣ ਵਾਲਾ ਹੈ, ਉਹ ਚਾਹੇ ਸਰਦੀਆਂ ਇੰਡੀਆ ਦੀਆਂ ਹੋਣ ਚਾਹੇ ਸਰਦੀਆਂ ਇੱਥੇ ਦੀਆਂ ਹੋਣ, ਅਸੀਂ ਦੇਖਿਆ ਜਿਹਨਾਂ ਲੋਕਾਂ ਨੂੰ ਜੋੜਾਂ ਦਾ ਦਰਦ ਹੁੰਦਾ ਹੈ, ਗਰਮੀਆਂ 'ਚ ਤਾਂ ਖੂਨ ਦੀ ਰਵਾਨਗੀ ਬਣੀ ਰਹਿੰਦੀ ਹੈ, ਬਾਡੀ ਦੀ ਜਿਹੜੀ ਐਕਟਿਵ ਰਹਿੰਦੀ ਹੈ ਬਾਡੀ ਵੀ, ਲੋਕ ਉੱਠਦੇ ਬੈਠਦੇ ਆਉਂਦੇ ਜਾਂਦੇ ਕੰਮ ਕਰਦੇ ਬਾਹਰ ਆਉਂਦੇ ਜਾਂਦੇ, ਲੇਕਿਨ ਸਰਦੀਆਂ ਜਿਹੜੀ ਮੂਵਮੈਂਟ ਬੜੀ ਘਟ ਜਾਂਦੀ ਹੈ, ਤੋ ਉਸ ਕਰਕੇ ਜੋੜਾਂ ਦਾ ਦਰਦ ਜ਼ਿਆਦਾ ਤੰਗ ਕਰਦਾ ਸਰਦੀਆਂ ਦੇ ਵਿੱਚ। ਲੋਕ ਅਲਸੀ ਦੀਆਂ ਪਿੰਨੀਆਂ ਖਾਂਦੇ ਹੈ, ਬੜਾ ਕੁਛ ਇਸ ਤਰ੍ਹਾਂ ਦਾ। ਤੁਸੀਂ ਉਹਦੇ ਹਵਾਲੇ ਨਾਲ ਥੋੜੀ ਜਾਣਕਾਰੀ ਦੇਣਾ ਚਾਹੋਗੇ? ਇਹਨਾਂ ਸਰਦੀਆਂ ਦੇ ਵਿੱਚ ਆਰਥਰਾਈਟਿਸ ਦੇ ਜਿਹੜੇ ਲੋਕ ਨੇ ਉਹ ਕਿਵੇਂ ਆਪਣੇ ਆਪ ਨੂੰ ਬਚਾ ਕੇ ਰੱਖ ਸਕਦੇ ਆ? ਦੇਖੋ, ਇੱਕ ਤਾਂ ਇਹ 'ਚ ਰੈਗੂਲਰ ਐਕਸਰਸਾਈਜ਼ ਕਰਦੇ ਰਹਿਣਾ ਚਾਹੀਦਾ। ਠੀਕ ਹੈ, ਐਕਸਰਸਾਈਜ਼ ਬਹੁਤ ਫਾਇਦਾ ਕਰਦੀ ਹੈ। ਮਤਲਬ ਸਾਰੇ ਜੋੜਾਂ ਨੂੰ ਹਿਲਾਉਂਦੇ ਰਹੋ, ਜਿਵੇਂ ਹੱਥ ਨੇ ਇਹਨਾਂ ਨੂੰ ਹਿਲਾਓ ਔਰ ਗੋਡਿਆਂ ਨੂੰ ਹਿਲਾਉਂਦੇ ਰਹਿਣਾ, ਮਤਲਬ ਪੈਰਾਂ ਨੂੰ ਉੱਪਰ ਨੀਚੇ ਕਰਦੇ ਰਹੋ। ਜਾਂ ਫਿਰ ਜਿਹੜੇ ਐਕਸਰਸਾਈਜ਼ ਕਰਨ ਦੇ ਇਕਵਿਪਮੈਂਟ ਹੁੰਦੇ ਨੇ, ਸਾਈਕਲਿੰਗ ਹੈ, ਇੱਕ ਸਟੈਟਿਕ ਸਾਈਕਲ ਹੁੰਦਾ, ਉਹ ਲਿਆ ਕੇ ਰੱਖ ਲਓ। ਐਕਸਰਸਾਈਜ਼ ਬੜਾ ਰੋਲ ਪਲੇ ਕਰਦੀ ਹੈ। ਦੂਜਾ, ਖੁਰਾਕ ਦੇ ਵਿੱਚ 4 ਚੀਜ਼ਾਂ ਇਹਦੇ ਵਿੱਚ ਬੜੀਆਂ ਫਾਇਦਾ ਕਰਦੀਆਂ। ਪਹਿਲਾਂ ਤਾਂ ਲਸਣ, ਫਿਰ ਅਦਰਕ, ਹਲਦੀ ਔਰ ਲਾਲ ਮਿਰਚ, ਇਹ ਚਾਰੇ ਚੀਜ਼ਾਂ ਜੋੜਾਂ ਦੇ ਦਰਦ ਨੂੰ ਬੜਾ ਕਮਾਲ ਦਾ ਫਾਇਦਾ ਕਰਦੀਆਂ। ਠੀਕ ਹੈ, ਔਰ ਇਹਨੂੰ ਖੁਰਾਕ ਦੇ ਵਿੱਚ ਇਹਦਾ ਅਚਾਰ ਬਣਾ ਕੇ ਇਸਤੇਮਾਲ ਕਰ ਸਕਦੇ ਹਾਂ। ਬਹੁਤ ਸਾਰੇ ਲੋਕ ਲਸਣ ਦਾ ਵੀ ਅਚਾਰ ਬਣਾ ਲੈਂਦੇ ਨੇ ਜਾਂ ਫਿਰ ਅਦਰਕ ਦਾ ਵੀ ਅਚਾਰ ਬਣਾ ਲੈਂਦੇ ਨੇ। ਇਸ ਤੋਂ ਇਲਾਵਾ ਤੁਸੀਂ ਸਬਜ਼ੀ ਦੇ ਵਿੱਚ ਵੀ ਪਾ ਕੇ ਲੈ ਸਕਦੇ ਹੋ, ਜਾਂ ਫਿਰ ਇਹਦਾ ਅਦਰਕ ਦਾ ਜੂਸ ਕੱਢ ਕੇ ਸ਼ਹਿਦ 'ਚ ਮਿਲਾ ਕੇ ਵੀ ਲਿੱਤਾ ਜਾ ਸਕਦਾ। ਯਾਨੀ ਭਾਵੇਂ ਵੀ ਅਸੀਂ ਆਪਣੀ ਬਾਡੀ ਨੂੰ ਅੰਦਰੋਂ ਗਰਮ ਰੱਖਣਾ। ਬਿਲਕੁਲ ਠੀਕ ਹੈ ਜੀ। ਚਲੋ ਜੀ, ਬਹੁਤ ਅੱਛੀ ਗੱਲ ਹੈ। ਆਪਣੇ ਘਰਾਂ ਦੇ ਵਿੱਚ ਸਾਰਾ ਕੁਝ ਪਿਆ ਹੋਇਆ ਹੈ, ਰਸੋਈ ਦੇ ਵਿੱਚ ਤੁਸੀਂ ਦੇਖਦੇ ਹੋ, ਨਜ਼ਰ ਮਾਰੋ, ਹਰ ਚੀਜ਼ ਨੂੰ ਤੁਸੀਂ ਵਰਤਦੇ ਹੋ। ਖਾਸ ਤੌਰ 'ਤੇ ਅਸੀਂ ਭਾਰਤੀ ਲੋਕ ਜਿਹੜੇ ਆ, ਜਿੰਨੇ ਵੀ ਮਸਾਲੇ ਵਰਤਦੇ ਆ, ਸਭ ਦੇ ਵਿੱਚ ਕੋਈ ਨਾ ਕੋਈ ਗੁਣ ਹੈ। ਪਰ ਅਫਸੋਸ ਦੀ ਗੱਲ ਇਹ ਹੈ ਕਿ ਉਹ ਅਸੀਂ ਸਭ ਕੁਝ ਭੁਲਾਈ ਬੈਠੇ ਹਾਂ। ਇੱਥੋਂ ਦੇ 버ਗਰ, ਇੱਥੋਂ ਦੇ ਪੀਜ਼ੇ, ਇੱਥੋਂ ਦੇ ਡੋਨਟਸ, ਉਹ ਜੋ ਵੀ ਅਸੀਂ ਖਾ ਰਹੇ ਹਾਂ,
ਉਹਨਾਂ ਦੀ ਫੂਡ ਵੈਲਿਊ ਕਦੀ ਅਸੀਂ ਜਾਣਨ ਦੀ ਕੋਸ਼ਿਸ਼ ਵੀ ਨਹੀਂ ਕੀਤੀ ਕਿ ਉਹ ਉਲਟਾ ਸਾਡੇ ਬੱਚਿਆਂ ਵਾਸਤੇ ਸਾਡੇ ਵਾਸਤੇ ਕਿੰਨੇ ਨੁਕਸਾਨਦੇਹ ਨੇ। ਕਦੀ ਕਦਾਈ ਇਹ ਚੀਜ਼ਾਂ ਖਾਣੀਆਂ ਚਾਹੀਦੀਆਂ, ਲੇਕਿਨ ਜੋ ਸਾਨੂੰ ਸਾਡੇ ਵਿਰਸੇ 'ਚੋਂ ਮਿਲਿਆ ਹੁਣ ਤੱਕ ਔਰ ਜੋ ਅਸੀਂ ਦੇਖਦੇ ਰਹੇ ਸਾਡੇ ਬਜ਼ੁਰਗ ਬਿਲਕੁਲ ਨੈਚੁਰਲ ਖੁਰਾਕ ਖਾ ਖਾ ਕੇ ਕਿੰਨੀ ਲੰਮੀ ਉਮਰ ਭੋਗਦੇ ਸੀ, ਬਿਲਕੁਲ ਤੰਦਰੁਸਤ, ਬਿਲਕੁਲ ਹੈਲਦੀ। ਤਾਂ ਉਸੇ ਹੀ ਕੜੀ ਨੂੰ ਅੱਗੇ ਰੱਖਣ ਦੇ ਲਈ, ਉਹਨਾਂ ਚੀਜ਼ਾਂ ਨੂੰ ਭੁੱਲੀਆਂ ਵਿਸਰੀਆਂ ਚੀਜ਼ਾਂ ਨੂੰ ਮੁੜ ਤੋਂ ਤੁਹਾਨੂੰ ਯਾਦ ਕਰਵਾਉਣ ਦੇ ਲਈ ਇਹਨਾਂ ਨੇ ਇੱਕ ਜਿਹੜਾ ਸਿਲਸਿਲਾ ਸ਼ੁਰੂ ਕੀਤਾ ਹੈ। ਹਰ 15 ਦਿਨਾਂ ਬਾਅਦ ਮਹੀਨੇ 'ਚ 2 ਵਾਰ ਇਹ ਜਿਹੜਾ ਸੈਮੀਨਾਰ ਕਿਸੇ ਨਾ ਕਿਸੇ ਖਾਸ ਵਿਸ਼ੇ 'ਤੇ ਕਰਿਆ ਕਰਨਗੇ। ਔਰ ਸਾਨੂੰ ਬੜੀ ਖੁਸ਼ੀ ਹੈ ਇਸ ਗੱਲ ਦੀ, ਮੈਂ ਪਹਿਲਾਂ ਵੀ ਦੱਸਿਆ ਕਿ ਪ੍ਰਵਾਸੀ ਟੈਲੀਵਿਜ਼ਨ ਚੈਨਲ ਦੇ ਵਿੱਚ ਤੁਹਾਨੂੰ ਅਸੀਂ ਜਦੋਂ ਵੀ ਇਹ ਜਿਹੜਾ ਵੀ ਸੈਮੀਨਾਰ ਕਰਨਗੇ 15 ਦਿਨਾਂ ਬਾਅਦ, ਉਸ ਐਤਵਾਰ 10 ਵਜੇ ਤੋਂ ਲੈ ਕੇ 11 ਵਜੇ ਤੱਕ ਲਾਈਵ ਉਹ ਸਾਰਾ ਕੁਝ ਟੈਲੀਕਾਸਟ ਕਰਿਆ ਕਰਾਂਗੇ। ਤੋ ਤੁਹਾਡਾ ਸਭ ਦਾ ਸ਼ੁਕਰੀਆ ਜਿੰਨੇ ਵੀ ਸਾਡੇ ਇਸ ਵੇਲੇ ਸਾਡੇ ਦਰਸ਼ਕ ਪ੍ਰੋਗਰਾਮ ਨੂੰ ਦੇਖ ਰਹੇ ਹੈ। ਤੁਹਾਡਾ ਸਭ ਨੂੰ ਅਸੀਂ ਇੱਕ ਹੋਰ ਖੁਸ਼ਖਬਰੀ ਦੇਣਾ ਚਾਹੁੰਦੇ ਹਾਂ। ਅੱਜ ਅਸੀਂ 7 ਵਜੇ ਪਹਿਲੀ ਵਾਰ ਦਾ ਇਨ ਹਾਊਸ ਗੈਸਟ ਇਹ ਪ੍ਰੋਗਰਾਮ ਪੇਸ਼ ਕੀਤਾ ਸੀ। ਹਰ ਆਏ ਹੋਏ ਮਹਿਮਾਨ ਨੂੰ ਅਸੀਂ ਇੱਥੇ ਇੰਟਰਵਿਊ ਕਰਦੇ ਹਾਂ ਔਰ ਅਸੀਂ ਮੁੜ ਕੇ ਉਹਨਾਂ ਫੇਮਸ ਪਰਸਨੈਲਿਟੀ ਨੂੰ ਤੁਹਾਡੇ ਨਾਲ ਮਿਲਾਉਂਦੇ ਹਾਂ। ਹਰ ਰੋਜ਼ ਅਸੀਂ ਟੌਪ ਆਫ ਦਾ ਆਵਰ ਤੁਹਾਡੇ ਲਈ ਹੁਣ ਖਬਰਾਂ ਦਾ ਬੁਲੇਟਿਨ ਪੇਸ਼ ਕਰਦੇ ਹਾਂ। ਵੱਡੀ ਖਬਰ ਉਸ 1 ਘੰਟੇ ਦੀ ਤੁਹਾਡੇ ਲਈ ਪੇਸ਼ ਕਰਦੇ ਹਾਂ। ਰਾਤ ਨੂੰ ਠੀਕ 8 ਵਜੇ ਤੁਹਾਡੇ ਲਈ ਅਸੀਂ ਖਬਰਾਂ ਦਾ ਬੁਲੇਟਿਨ ਵੀ ਪੇਸ਼ ਕਰਨਾ ਸ਼ੁਰੂ ਕਰ ਦਿੱਤਾ ਹੈ। ਇਸ ਤਰ੍ਹਾਂ ਹੀ ਹਰ ਸ਼ਨੀਵਾਰ ਔਰ ਐਤਵਾਰ ਨੂੰ ਰਾਤ ਨੂੰ 8 ਵਜੇ ਟੌਪ 8 ਐਟ 8 ਇਹ ਪ੍ਰੋਗਰਾਮ ਵੀ ਤੁਹਾਡੇ ਲਈ ਅਸੀਂ ਪੇਸ਼ ਕਰਦੇ ਹਾਂ 2 ਦਿਨ। ਸੋ ਨਨਕਾਣਾ ਸਾਹਿਬ ਤੋਂ ਤੁਹਾਡੇ ਲਈ ਅਸੀਂ ਕੀਰਤਨ ਦਾ ਪ੍ਰਸਾਰਣ ਸ਼ੁਰੂ ਕੀਤਾ ਹੋਇਆ ਹੈ। ਸ਼੍ਰੀ ਕਰਤਾਰਪੁਰ ਸਾਹਿਬ ਤੋਂ ਕੀਰਤਨ ਦਾ ਪ੍ਰਸਾਰਣ ਸ਼ੁਰੂ ਕੀਤਾ ਹੋਇਆ ਹੈ। ਔਰ ਇਹ ਗੱਲ ਮੈਨੂੰ ਤੁਹਾਨੂੰ ਦੱਸਦਿਆਂ ਬਹੁਤ ਹੀ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ ਇਸ ਵਾਰ ਦਾ ਗੁਰਪੁਰਬ ਲਾਈਵ ਟੈਲੀਕਾਸਟ ਹੋਏਗਾ ਉਸ ਪਵਿੱਤਰ ਧਰਤੀ ਤੋਂ, ਨਨਕਾਣਾ ਸਾਹਿਬ ਤੋਂ। ਲਾਈਵ 3 ਦਿਨ ਦਾ ਪ੍ਰਸਾਰਣ ਚੱਲੇਗਾ। ਨਗਰ ਕੀਰਤਨ ਵੀ ਅਸੀਂ ਲਾਈਵ ਤੁਹਾਡੇ ਲਈ ਉੱਥੋਂ ਪੇਸ਼ ਕਰਾਂਗੇ। ਉਹਦੀਆਂ ਡੇਟਸ, ਉਹਦਾ ਟਾਈਮ, ਤੁਹਾਨੂੰ ਸਾਰਾ ਕੁਝ ਅਸੀਂ ਆਉਣ ਵਾਲੇ ਪ੍ਰੋਗਰਾਮਾਂ 'ਚ ਦੱਸਦੇ ਰਹਾਂਗੇ। ਆਪ ਵੀ ਪ੍ਰਵਾਸੀ ਟੀਵੀ ਨੂੰ ਤੁਸੀਂ ਦੇਖੋ, ਆਪਣਾ ਸਾਡਾ ਜਿਹੜਾ ਐਪ ਹੈ ਉਸ ਨੂੰ ਪਲੀਜ਼ ਡਾਊਨਲੋਡ ਕਰੋ। ਇਸ ਐਪ ਦੇ ਵਿੱਚ ਜੋ ਵੀ ਸਾਡਾ ਟੈਲੀਵਿਜ਼ਨ, ਇੰਗਲਿਸ਼ ਦੀ ਅਖਬਾਰ, ਡਾਇਰੈਕਟਰੀ, ਰੇਡੀਓ, ਬਹੁਤ ਕੁਝ ਹੈ। ਟੀਵੀ ਤੁਸੀਂ ਲਾਈਵ ਵਾਚ ਕਰ ਸਕਦੇ ਹੋ ਇਸ ਐਪ ਦੇ ਉੱਤੇ, ਬਿਲਕੁਲ ਹੋਮ ਪੇਜ ਦੇ ਉੱਤੇ ਹੀ। ਬੜਾ ਸੁਖਾਲਾ ਬਟਨ ਦਬਾਓ ਤੇ ਟੀਵੀ ਤੁਹਾਡੀ ਸੇਵਾ 'ਚ ਹਾਜ਼ਰ। ਜਿੱਥੇ ਕਿਤੇ ਵੀ ਹੋ ਤੁਸੀਂ ਪ੍ਰਵਾਸੀ ਟੀਵੀ ਨੂੰ ਮਿਸ ਨਹੀਂ ਕਰ ਸਕਦੇ। ਅਸੀਂ ਇਹਦੇ ਵਿੱਚ ਬੜੇ ਵੱਡੇ ਇਨਾਮ ਰੱਖ ਰਹੇ ਹਾਂ। ਜਿਹੜੇ ਲੋਕ ਡਾਊਨਲੋਡ ਕਰਨਗੇ ਇਸ ਐਪ ਨੂੰ, ਉਹਨਾਂ ਨੂੰ ਅਸੀਂ ਦੇਵਾਂਗੇ ਬਹੁਤ ਹੀ ਸ਼ਾਨਦਾਰ ਇਨਾਮ। ਹਰ ਹਫਤੇ ਅਸੀਂ ਇਹ ਲੱਕੀ ਡਰਾਅ ਕੱਢਿਆ ਕਰਾਂਗੇ ਔਰ ਇੱਕ ਬੰਪਰ ਫਿਰ ਜਿਹੜਾ ਇਨਾਮ ਹੈ ਉਹ ਮੈਂ ਜੇ ਸਸਪੈਂਸ ਤੁਹਾਡੇ ਲਈ ਥੋੜ੍ਹਾ ਰੱਖਿਆ ਹੋਇਆ, ਵਿਸਾਖੀ ਦੇ ਨੇੜੇ ਤੇੜੇ ਅਸੀਂ ਉਹ ਵੀ ਕੱਢਣਾ ਹੈ। ਇਹ ਸਿਲਸਿਲਾ ਅਸੀਂ ਅਗਲੇ ਹਫਤੇ 2 ਹਫਤੇ ਸ਼ੁਰੂ ਕਰ ਦੇਣਾ। ਤਾਂ ਪਲੀਜ਼ ਆਪ ਵੀ ਸਾਡੇ ਇਸ ਐਪ ਨੂੰ ਡਾਊਨਲੋਡ ਕਰੋ ਔਰ ਆਪਣੇ ਦੋਸਤਾਂ ਮਿੱਤਰਾਂ ਤੱਕ ਸਾਡਾ ਸੁਨੇਹਾ ਜ਼ਰੂਰ ਪਹੁੰਚਾਓ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਔਰ ਤੁਹਾਡੇ ਨਾਲ ਅਸੀਂ ਕੱਲ੍ਹ ਨੂੰ ਫਿਰ ਮੁਲਾਕਾਤ ਕਰਨੀ ਹੈ ਔਰ ਤੁਹਾਨੂੰ ਸ਼ੁਭ ਕਾਮਨਾਵਾਂ ਤੁਹਾਡੇ ਇਸ ਸੈਕਿੰਡ ਸੈਮੀਨਾਰ ਦੀਆਂ। ਥੈਂਕ ਯੂ ਰਿੰਦਰ ਜੀ, ਥੈਂਕ ਯੂ ਵੈਰੀ ਮਚ। ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਬਹੁਤ ਬਹੁਤ ਸ਼ੁਕਰੀਆ ਜੀ। ਹੈਵ ਅ ਗੁੱਡ ਨਾਈਟ। ਥੈਂਕ ਯੂ ਸੋ ਮਚ। ਵਰਲਡ ਕਲਾਸ ਬ੍ਰਾਂਡ ਦੇ ਮੁਕਾਬਲੇ ਦਾ ਮੈਨ ਵੀਅਰ ਦਾ ਸਟੋਰ ਹੁਣ ਵਿਸਾਗਾ ਵਿੱਚ ਡਿਕਸੀ ਤੇ ਮਾਇਰ ਸਾਈਡ ਦੇ ਇੰਟਰਸੈਕਸ਼ਨ ਤੇ ਪੀਅਰ ਐਂਡ ਬਕੇ। ਕੁਆਲਿਟੀ, ਫਿਟਿੰਗ ਤੇ ਵੈਲਿਊ ਦਾ ਦੂਸਰਾ ਨਾਮ ਹੈ